ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ ਸਾਥ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਵੇਰ ਦੇ 11 ਵਜੇ ਤੋਂ 12 ਵਜੇ ਤੱਕ ਹੁੰਦਾ ਤੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਗਲੇ ਹਫਤੇ ਤੋਂ ਇਹ ਪ੍ਰੋਗਰਾਮ ਸਵੇਰ ਦੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ। ਤੇ ਤੁਸੀਂ ਜਾਣਦੇ ਹੋ ਹਫਤੇ ਦੇ 4 ਦਿਨ ਸਾਡਾ ਸਾਥ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਦਿੰਦੇ ਨੇ ਤੇ ਇਹੋ ਜਿਹੇ ਮੁੱਦਿਆਂ ਨੂੰ ਅਸੀਂ ਤੁਹਾਡੇ ਸਾਹਮਣੇ ਲਿਆ ਕੇ ਰੱਖਣ ਦੀ ਕੋਸ਼ਿਸ਼ ਕਰੀਦੀ ਆ ਕਿ ਜਿਨ੍ਹਾਂ ਦੀ ਸੱਚਾਈ ਹੈ ਕੀ ਆ। ਅਸੀਂ ਵਿਦੇਸ਼ਾਂ ਵਿੱਚ ਬੈਠੇ ਹਮੇਸ਼ਾ ਹੀ ਪੰਜਾਬ ਲਈ ਚਿੰਤਤ ਰਹਿੰਦੇ ਆ। ਜੇ ਅੱਜ ਉੱਥੇ ਕਿਸਾਨ ਧਰਨਿਆਂ ਤੇ ਬੈਠੇ ਆ ਤੇ ਉੱਥੇ ਹੋਰ ਵੀ ਬਹੁਤ ਇਹੋ ਜਿਹੇ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਸਾਨੂੰ ਕਿਤੇ ਨਾ ਕਿਤੇ ਸੋਚਣ ਦੀ ਲੋੜ ਆ। ਸਾਡੀ ਧਰਤੀ ਆ, ਸਾਡੀ ਜਨਮ ਭੂਮੀ ਆ, ਅਸੀਂ ਜੁੜੇ ਆ ਉਸ ਧਰਤੀ ਦੇ ਨਾਲ। ਸੋ ਅੱਜ ਗੱਲਬਾਤ ਦੇ ਵਿੱਚ ਖਾਸ ਮਹਿਮਾਨ ਸਾਡੇ ਨਾਲ ਪੰਜਾਬ ਤੋਂ ਵੀ ਸ਼ਾਮਲ ਹੋਣਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਤੇ ਮੈਂ ਇੱਥੇ ਤੁਹਾਨੂੰ ਅੱਜ ਦਾ ਅਸੀਂ ਆਪਣਾ ਟੌਪਿਕ ਦੱਸ ਦਈਏ ਕਿ ਅੱਜ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਸੱਚਾਈ ਜਿਹੜੀ ਤੁਹਾਡੇ ਸਾਹਮਣੇ ਖੋਲ ਕੇ ਰੱਖਾਂਗੇ। ਤੁਸੀਂ ਸੁਣਦੇ ਆ ਰਹੇ ਹੋ ਕਿ ਗੁੰਮਸ਼ੁਦਗੀ ਹੋ ਗਈ, ਇੰਨੀਆਂ ਪਾਵਨ ਬੀੜਾਂ ਜਿਹੜੀਆਂ ਗਵਾਚ ਗਈਆਂ ਜਿਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਤੇ ਅਸਲ ਦੇ ਵਿੱਚ ਸੱਚਾਈ ਕੀ ਹੈ ਉਹਨਾਂ ਪਾਵਨ ਬੀੜਾਂ ਦੀ। ਅੱਜ ਉਹਦੀ ਅਸੀਂ ਗੱਲਬਾਤ ਲਈ ਖਾਸ ਪੰਜਾਬ ਤੋਂ ਸਾਡੇ ਨਾਲ ਮਹਿਮਾਨ ਨੇ, ਪਰ ਪਹਿਲਾਂ ਕੁਲਦੀਪ ਸਿੰਘ ਹੋਣਾ ਨੂੰ ਜੀ ਆਇਆਂ ਕਹਿੰਦੇ ਆ ਤੇ ਅਸੀਂ ਸ਼ੋਅ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਕੁਝ ਇੱਕ ਲੋਕਲ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇ ਖਬਰਸਾਰ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅੱਜ ਦੇ ਜਿਹੜਾ ਮੁੱਖ ਮੁੱਦਾ ਹੈ, ਜਿਸ ਮੁੱਦੇ ਤੇ ਆਪਾਂ ਗੱਲਬਾਤ ਕਰਨੀ ਹੈ, ਉਸ ਤੋਂ ਪਹਿਲਾਂ ਜਿਹੜਾ ਕੁਝ ਜਿਹੜੀਆਂ ਤਰਦੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ। ਬਿਲਕੁਲ ਜੀ। ਤੁਹਾਡੇ ਕੋਲ ਕਿਹੜੀਆਂ ਖਬਰਾਂ ਨੇ? ਕਿਉਂਕਿ ਅੱਜ ਕੱਲ ਇਹੋ ਜਿਹੀਆਂ ਖਬਰਾਂ ਕੁਲਦੀਪ ਸਿੰਘ ਜੀ ਸਾਹਮਣੇ ਨਿਕਲ ਕੇ ਆਉਂਦੀਆਂ, ਕਈ ਵਾਰੀ ਤੁਸੀਂ ਪਰੇਸ਼ਾਨ ਹੋ ਜਾਂਦੇ ਆ ਕਿ ਇਹੋ ਜਿਹੇ ਮੁਲਕਾਂ ਦੇ ਵਿੱਚ ਆ ਕੇ ਵੀ ਅਸੀਂ ਇਹੋ ਜਿਹੇ ਕੰਮਾਂ ਤੋਂ ਗੁਰੇਜ਼ ਨਹੀਂ ਕਰਦੇ ਤੇ ਇਸ ਤੋਂ ਅੱਗੇ ਅਸੀਂ ਕਿੱਥੇ ਜਾਣਾ। ਬਿਲਕੁਲ ਜੀ। ਜਿਹੜੀ ਪਰਸੋਂ ਪ੍ਰੈਸ ਕਾਨਫਰੰਸ ਹੋਈ ਸੀ ਜੀ, ਪ੍ਰੈਸ ਕਾਨਫਰੰਸ ਦੇ ਵਿੱਚ ਅਸਲ 'ਚ ਮਕਸਦ ਇਹ ਸੀ ਕਿ ਸਾਰਾ ਮੀਡੀਆ ਉੱਥੇ ਪਹੁੰਚਿਆ ਹੋਇਆ ਤੇ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੁਝ ਨਾ ਕੁਝ ਨਿਕਲੇਗੀ, ਪਰ ਜਿਹੜੀਆਂ ਭੈੜੀਆਂ ਆਦਤਾਂ ਸੀ ਉਸ ਪੰਜਾਬੋਂ ਲੈ ਕੇ ਆਏ ਹਾਂ, ਉਸ ਭਾਰਤ ਤੋਂ ਲੈ ਕੇ ਆਏ ਹਾਂ, ਉਹ ਇਹਨਾਂ ਸਾਫ਼ ਸੁਥਰੇ ਇਮਾਨਦਾਰ ਮੁਲਕਾਂ ਦੇ ਵਿੱਚ ਵੀ ਅਸੀਂ ਕਰਨੀਆਂ ਨਹੀਂ ਹਟਦੇ ਜੀ। ਬਿਲਕੁਲ। 5 ਵਿਅਕਤੀਆਂ ਦੀ ਪ੍ਰਾਪਰਟੀ ਹੈ, 6 ਵਿਅਕਤੀਆਂ ਦੀ ਪ੍ਰਾਪਰਟੀ ਹੈ, ਉਹਦੇ ਵਿੱਚੋਂ 3 ਪਾਰਟ ਉਹਦੇ ਹੁੰਦੇ ਨੇ, 3 ਦੇ ਵਿੱਚੋਂ 2 ਪ੍ਰਾਪਰਟੀਆਂ ਵਿਕ ਜਾਂਦੀਆਂ ਨੇ, ਮਿਲੀਅਨਸ ਆਫ ਡਾਲਰ ਦੀ ਪ੍ਰਾਪਰਟੀ ਹੈ। ਜਿਹੜੀ ਇੱਕ ਪ੍ਰਾਪਰਟੀ ਰਹਿ ਜਾਂਦੀ ਹੈ, ਉਸ ਪ੍ਰਾਪਰਟੀ ਨੂੰ 3 ਵਿਅਕਤੀ ਆ ਕੇ ਕਹਿੰਦੇ ਨੇ ਕਿ 2 ਬੰਦੇ ਆ ਜਿਹੜੇ ਸਾਡੇ ਪਾਰਟਨਰ, ਸਾਡੇ ਬਗੈਰ ਦਸਤਖਤ ਕੀਤਿਆਂ ਜ਼ਮੀਨ ਦੀ ਰਜਿਸਟਰੀ ਹੋ ਜਾਂਦੀ ਹੈ। ਤੇ ਜਦੋਂ ਉਹਨਾਂ ਨੂੰ ਸਵਾਲ ਮੀਡੀਆ ਪੁੱਛਦਾ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਆਏ ਕਾਹਦੇ ਵਾਸਤੇ ਨੇ, ਕਿ ਰਜਿਸਟਰੀ ਹੁੰਦੀ ਕਿਵੇਂ ਹੈ, ਪ੍ਰਾਪਰਟੀ ਟ੍ਰਾਂਸਫਰ ਕਿਵੇਂ ਹੁੰਦੀ ਹੈ। ਅੱਛਾ ਕੁਲਦੀਪ ਸਿੰਘ ਜੀ, ਕਿਤੇ ਨਾ ਕਿਤੇ ਅੱਗੇ ਪਹਿਲਾਂ ਸਾਨੂੰ ਇੱਥੇ ਬੈਠਿਆਂ ਨੂੰ ਇਹ ਹੁੰਦਾ ਸੀ ਕਿ ਸਾਡੀ ਪਾਵਰ ਆਫ ਅਟਰਨੀ, ਸਾਡੇ ਪੇਪਰ ਵਰਕ ਦੇ ਉੱਤੇ ਇੱਥੇ ਬੈਠਿਆਂ ਦੀ ਪੰਜਾਬ ਦੀ ਸਾਡੀ ਜ਼ਮੀਨ ਜਾਇਦਾਦ ਦੇ ਉੱਤੇ ਕਬਜ਼ਾ, ਨਜਾਇਜ਼ ਕਬਜ਼ਾ ਘਰਾਂ ਦੇ ਉੱਤੇ ਕਰ ਲਿਆ ਜਾਂਦਾ ਸੀ ਤੇ ਸਾਨੂੰ ਬੜਾ ਸੀ। ਹੁਣ ਤੇ ਅਸੀਂ ਇਹਨਾਂ ਮੁਲਕਾਂ 'ਚ ਆ ਗਏ, ਵਿਕਸਿਤ ਮੁਲਕਾਂ 'ਚ, ਤੇ ਇੱਥੇ ਵੀ ਆਹ ਕੁਛ ਹੀ ਹੋ ਰਿਹਾ ਤੇ ਫਿਰ ਇਸ ਦਾ ਕੀ ਹੱਲ ਹੋ ਸਕਦਾ? ਮੁਲਕ ਵਿਕਸਿਤ ਹੈ ਨਾ, ਦਿਮਾਗ ਨਹੀਂ ਨਾ ਵਿਕਸਿਤ। ਦਿਮਾਗ ਨਹੀਂ ਵਿਕਸਿਤ, ਦਿਮਾਗ ਉੱਥੇ ਹੀ ਹੈ ਸਾਡਾ। ਖੈਰ, ਇਸ ਦੇ ਉੱਤੇ ਹੁਣ ਉਹਨਾਂ ਨੂੰ ਜਿਹੜੀ ਮੀਡੀਆ ਨੇ ਸਲਾਹ ਦਿੱਤੀ ਕਿ ਤੁਸੀਂ ਆਪਣੇ ਵਕੀਲ ਨਾਲ ਗੱਲ ਕਰੋ, ਮੀਡੀਆ ਨਾਲ ਨਹੀਂ। ਵਕੀਲ ਇਹ ਮਾਮਲਾ ਤੁਹਾਡਾ ਸੋਲਵ ਕਰੇਗਾ ਕਿ ਕੀ ਕਰਨਾ ਬਣਦਾ ਹੈ ਜੀ। ਬਾਕੀ ਇਹਦੇ ਨਾਲ ਨਾਲ ਇੱਕ ਸਥਾਨਕ ਖਬਰ ਪਤਾ ਲੱਗਾ ਹੈ ਮੌਂਟਰੀਅਲ ਤੋਂ, ਉਹ ਥੋੜਾ ਜਿਹਾ ਦੱਸੋ, ਕੋਈ ਦੁਖਾਂਤ ਕਾਂਡ ਵਾਪਰਿਆ ਜੀ? ਮੌਂਟਰੀਅਲ ਦੇ ਵਿੱਚ 2 ਇੰਟਰਨੈਸ਼ਨਲ ਵਿਦਿਆਰਥੀ ਸੀ, ਸਟੂਡੈਂਟ ਸੀ, ਬੱਚਾ ਤੇ ਇੱਕ ਬੱਚੀ, ਦੋਨੇ ਕਾਰ ਦੇ ਵਿੱਚ ਇੱਕ ਲੇਕ ਦੇ ਕੰਢੇ ਗਏ ਸੀ, ਪਾਰਕ ਲਾਉਣ ਲੱਗੇ ਸੀ ਕਾਰ, ਤੇ ਅਚਾਨਕ ਹੀ ਰੇਸ ਨੱਪੀ ਗਈ। ਜੋ ਉੱਥੇ ਦੇ ਲੋਕਾਂ ਦੇ ਕਹਿਣ ਅਨੁਸਾਰ, ਹਲੇ ਪੂਰੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ, ਤੇ ਉਹਨਾਂ ਦੀ ਕਾਰ ਪਾਣੀ 'ਚ ਡੁੱਬ ਗਈ। ਇੱਕ ਕਾਲੇ ਮੂਲ ਦੇ ਵਿਅਕਤੀ ਨੇ ਰਾਈਟ ਵੇ ਛਾਲ ਮਾਰ ਕੇ ਪਾਣੀ ਦੇ ਵਿੱਚ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਪਾਣੀ ਦੇ ਵਿੱਚ ਡੂੰਘੀ ਥੱਲੇ ਚਲੇ ਗਈ। ਸੋ ਕਾਫੀ ਘੰਟਿਆਂ ਬਾਅਦ ਬੱਚਿਆਂ ਨੂੰ ਕੱਢਿਆ ਗਿਆ, ਪਰ ਦੋਨਾਂ ਬੱਚਿਆਂ ਦੀ ਮੌਤ ਹੋ ਗਈ। ਬਹੁਤ ਹੀ ਪਿਆਰੇ ਤੇ ਚੜ੍ਹਦੀ ਉਮਰ ਦੇ ਹਾਲੇ ਦੋਨੇ ਬੱਚੇ ਸੀ। ਸੋ ਬੜਾ ਮਨ ਪਰੇਸ਼ਾਨ ਵੀ ਹੋਇਆ ਕਿ ਮਾਂ-ਬਾਪ ਕਿੰਨੀਆਂ ਉਮੀਦਾਂ ਤੇ ਕਿੰਨੀਆਂ ਆਸਾਂ ਲੈ ਕੇ ਇਹਨਾਂ ਬੱਚਿਆਂ ਨੂੰ ਇਹਨਾਂ ਮੁਲਕਾਂ 'ਚ ਘੱਲਦੇ ਆ, ਚਾਨਣ ਮਨਾਰੇ ਆ ਉਹਨਾਂ ਦੇ ਬੱਚੇ, ਕਿਉਂਕਿ ਉਸ ਧਰਤੀ ਦੇ ਉੱਤੇ ਹੁਣ ਸਵਾਏ ਕਹਿ ਲਓ ਕਿ ਬੱਚਿਆਂ ਕੋਲ ਕੰਮਕਾਰ ਹੈ ਨਹੀਂ ਗੇ, ਡਿਗਰੀਆਂ ਹੀ ਹੱਥਾਂ 'ਚ ਆ, ਨੌਕਰੀਆਂ ਹੈ ਨਹੀਂ ਗੀਆਂ। ਸੋ ਉਹ ਇੱਥੇ ਬੱਚਿਆਂ ਨੂੰ ਇਸੇ ਲਈ ਭੇਜਦੇ ਆ। ਪਰ ਇਹ ਮਾੜੀ ਮੰਦਭਾਗੀ ਘਟਨਾ ਜਿਹੜੀ ਮੌਂਟਰੀਅਲ ਤੋਂ ਸਾਹਮਣੇ ਆਈ ਹੈ, ਸੋ ਅਸੀਂ ਪਰਿਵਾਰ ਦੇ ਦੁੱਖ 'ਚ ਸ਼ਾਮਲ ਹੁੰਦੇ ਆ। ਬਹੁਤ ਅਫਸੋਸ ਹੈ, ਬੜੀ ਬੇਹੱਦ ਦੁਖਦਾਈ ਖਬਰ ਹੈ। ਬਹੁਤ ਹੀ ਪਿਆਰੇ ਬੱਚੇ ਦੋਨੇ। ਪਰ ਇਹਦੇ ਨਾਲ ਜਿਹੜੀ ਗੱਲ ਲਗਾਤਾਰ ਕੁਝ ਦਿਨਾਂ ਤੋਂ CBSE ਦੀ ਚੱਲ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਫਰਾਡ ਕਿਵੇਂ ਹੋ ਰਹੇ ਨੇ। ਉਸ ਫਰਾਡ ਦੇ ਵਿੱਚ
ਜਿਹੜਾ ਸਭ ਤੋਂ ਵੱਡਾ ਮਾਮਲਾ ਹੈ ਸਾਡੇ ਆਪਣੇ ਸਰੀ ਸ਼ਹਿਰ ਦੇ ਵਿੱਚ, ਜਿਹਨੂੰ ਦੂਜਾ ਪੰਜਾਬ ਕਹਿੰਦੇ ਆ ਜੀ ਬਿਲਕੁਲ, ਇਸ ਪੰਜਾਬ ਦੇ ਵਿੱਚ LMIA ਦੇ ਨਾਮ ਦੇ ਉੱਤੇ ਕਿਵੇਂ ਠੱਗੀ ਵੱਜ ਰਹੀ ਹੈ। 4 ਵਿਅਕਤੀ ਨੇ ਜਿਹੜੇ ਉਹ ਦੋਸ਼ੀ ਜਿਹੜੇ ਉਹਨਾਂ ਦੇ ਨਾਮ ਡਿਕਲੇਅਰ ਕਰ ਦਿੱਤੇ ਆ। ਆਉਣ ਵਾਲੇ ਸਮੇਂ 'ਚ ਅਦਾਲਤ ਦੇ ਵਿੱਚ ਕੀ ਫੈਸਲਾ ਹੁੰਦਾ ਹੈ, ਸੈਂਕੜੇ ਹੀ ਇਹੋ ਜਿਹੇ ਕੇਸ ਨਹੀਂ ਬਲਕਿ ਹਜ਼ਾਰਾਂ ਹੀ ਇਹੋ ਜਿਹੇ ਕੇਸ ਨੇ ਜਿਹੜੇ ਕਿਵੇਂ LMI ਦੇ ਨਾਮ ਦੇ ਉੱਤੇ ਲੁੱਟੇ ਜਾ ਰਹੇ ਨੇ। ਉਹਦੀ ਗੱਲਬਾਤ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਭਾਰਤ ਤੋਂ ਜਿਹੜੀ ਹੁਣੇ ਕੁਝ ਪਲ ਪਹਿਲਾਂ ਖਬਰ ਆ ਰਹੀ ਹੈ ਕਿ ਜਿਹੜੀ ਇਹ ਖੇਤੀ ਕਾਨੂੰਨ ਬਣੇ ਹੋਏ ਨੇ ਉਹਨਾਂ ਦੇ ਖਿਲਾਫ, ਕਿਉਂਕਿ ਹਾਥਰਸ ਕੇਸ ਨੂੰ ਟਵਿਸਟ ਕਰਨ ਦੇ ਲਈ ਬੀਬੀ ਕੰਗਣਾ ਤੇ ਉਸ ਤੋਂ ਪਹਿਲਾਂ ਇੱਕ ਹੋਰ ਜਿਹੜਾ ਐਕਟਰ ਸੀ ਉਹਦੀ ਮੌਤ ਦੀਆਂ ਹੀ ਖਬਰਾਂ ਚੱਲ ਰਹੀਆਂ ਨੇ, ਤਾਂ ਜੋ ਲੋਕਾਂ ਦਾ ਜਿਹੜਾ ਮਾਈਂਡ ਹੈ, ਦਿਮਾਗ ਹੈ, ਉਹ ਹੋਰ ਪਾਸੇ ਡਿਵਰਟ ਕੀਤਾ ਜਾ ਸਕੇ। ਤੇ ਪਤਾ ਲੱਗਾ ਹੈ ਕਿ ਜਦੋਂ ਬੀਬੀ ਕੰਗਣਾ ਨੇ ਟਵੀਟ ਕੀਤਾ ਤੇ ਉੱਤੇ FIR ਦਰਜ ਕਰ ਦਿੱਤੀ ਗਈ ਹੈ। ਇੱਧਰੋਂ ਬਿਹਾਰ ਦੀਆਂ ਚੋਣਾਂ, ਯਾਨੀ ਕਿ ਬਹੁਤ ਕੁਝ ਚੱਲ ਰਿਹਾ। ਖੈਰ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਵਿਸਤਾਰਤ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ। ਪਰ ਅੱਜ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ, ਪਿਛਲੇ ਕੁਝ ਸਮਿਆਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ ਅਸੀਂ ਕੁਝ ਤੁਹਾਡੇ ਨਾਲ ਦਰਸ਼ਕਾਂ ਨਾਲ ਸਾਂਝ ਪਾਈ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ 골ਡਨ ਆਫਸੈਟ ਪ੍ਰਿੰਟਿੰਗ ਪ੍ਰੈਸ ਹੈ ਜੀ ਬਿਲਕੁਲ, ਗੁਰਦੁਆਰਾ ਰਾਮਸਰ ਹੈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਛਪਾਈ ਹੁੰਦੀ ਹੈ। 2 ਹੀ ਸੰਸਥਾਵਾਂ ਨੇ, ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੋਨਾਂ ਕੋਲ ਅਥਾਰਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਛਾਪਣ ਦੀ। ਪਰ ਪਿਛਲੇ ਦਿਨੀ ਉਹਨਾਂ ਦੇ ਜਿਹੜੇ ਸਹਾਇਕ ਰਿਟਾਇਰ ਹੋਏ ਨੇ ਕਮਲਜੀਤ ਸਿੰਘ, ਉਹਨਾਂ ਦੀ ਰਿਟਾਇਰਮੈਂਟ ਵੇਲੇ ਜਦੋਂ ਚਾਰਜ ਦੇਣ ਲੱਗੇ ਨੇ ਕਹਿੰਦੇ 267 ਸਰੂਪ ਨੇ ਉਹ ਜਿਹੜੇ ਘਟ ਗਏ ਆ। ਜਦੋਂ 267 ਸਰੂਪਾਂ ਦੇ ਘਟਣ ਦੀ ਗੱਲਬਾਤ ਹੋਈ ਤੇ ਮਾਮਲਾ ਮੀਡੀਆ ਦੇ ਵਿੱਚ ਆਇਆ, ਬੜਾ ਕੁਝ ਹੋਇਆ ਇਹਦੇ ਵਿੱਚ। ਬਾਅਦ 'ਚ ਪਤਾ ਲੱਗਾ 267 ਨਹੀਂ 312 ਸਰੂਪ ਨੇ। ਹੌਲੇ ਹੌਲੇ ਪਤਾ ਲੱਗਾ 312 ਨਹੀਂ, ਇਹ ਤਾਂ 400 ਤੋਂ ਵੱਧ ਨੇ, 500 ਸਰੂਪ ਨੇ। ਪਰ ਮੇਰੇ ਜੀ ਬਿਲਕੁਲ ਪਿਛਲੇ ਦਿਨੀ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ ਜਿਹਦੇ ਵਿੱਚ ਬੀਬੀ ਕਿਰਨਜੋਤ ਕੌਰ ਨੂੰ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਏ ਸੀ, ਉਹ ਜ਼ਿਕਰ ਕਰ ਰਹੇ ਸੀ ਕਿ ਜਦੋਂ ਅਸੀਂ ਮਾਮਲਾ ਉਠਾਇਆ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਲੌਂਗੋਵਾਲ ਜੀ ਪ੍ਰਧਾਨ ਨੇ, ਉਹਨਾਂ ਨੇ ਕਿਹਾ ਕਿ ਸਾਰੀ ਰਿਪੋਰਟ ਹੈ ਜਿਹੜੀ ਉਹ ਨਸ਼ਰ ਕਰਾਂਗੇ ਤੁਹਾਡੇ ਨਾਲ। ਉਹ ਨਸ਼ਰ ਕਰਨ ਪਿੱਛੇ ਲੌਂਗੋਵਾਲ ਦੀ ਮਨਸ਼ਾ ਕੀ ਸੀ, ਕਿਉਂ ਕਰ ਰਹੇ ਨੇ? ਇਸ ਸਾਰੇ ਕਾਸੇ ਦਾ ਭਾਂਡਾ ਭੰਨਣ ਵਾਲੀ ਇੱਕ ਐਸੀ ਸ਼ਖਸੀਅਤ ਕੌਮ ਦੀ ਜਿਨ੍ਹਾਂ ਨੇ ਹਮੇਸ਼ਾ ਹੀ ਕੌਮ ਦੇ ਲਈ ਕੰਮ ਕੀਤਾ ਹੈ, ਮਨੁੱਖਤਾ ਲਈ ਕੰਮ ਕੀਤਾ ਤੇ ਸਿੱਖੀਜ਼ਮ ਲਈ ਕੰਮ ਕੀਤਾ ਹੈ। ਮੇਰੇ ਆਪਣੇ ਸ਼ਹਿਰ ਪਟਿਆਲੇ ਤੋਂ ਮੈਨੂੰ ਯਾਦ ਹੈ 1984 ਬੜਾ ਨੇੜਿਓਂ ਤੱਕਿਆ। 1999 ਦੇ ਵਿੱਚ ਜਦੋਂ ਇੱਕ ਵਾਰੀ ਇਲੈਕਸ਼ਨ ਹੁੰਦੀ ਹੈ ਲੋਕ ਸਭਾ ਦੀ, ਤੇ ਉਹਦੇ ਵਿੱਚੋਂ ਮੇਰੇ ਆਪਣੇ ਸ਼ਹਿਰ ਪਟਿਆਲੇ ਦੇ ਵਿੱਚੋਂ, ਭਾਵੇਂ ਉਹਨਾਂ ਦਿਨਾਂ ਦੇ ਵਿੱਚ ਕਾਂਗਰਸ ਦਾ ਕਾਫੀ ਵੱਡਾ ਬੋਲਬਾਲਾ ਹੁੰਦਾ ਸੀ, ਪਰ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਦਰਬਾਰ ਸਾਹਿਬ, ਅਕਾਲ ਤਖਤ ਤੇ 1984 ਤੇ ਹੋਏ ਜਿਹੜੇ ਕਤਲੇਆਮ ਨੇ ਉਹ ਯਾਦ ਸਨ। ਤੇ ਉਹਨਾਂ ਦਿਨਾਂ ਦੇ ਵਿੱਚ ਇੱਕ ਸ਼ਖਸੀਅਤ ਸ਼ਹਿਰ ਪਟਿਆਲਾ ਤੋਂ ਸਰਦਾਰ ਅਤਿੰਦਰਪਾਲ ਸਿੰਘ, ਜਿਨ੍ਹਾਂ ਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਤਕਰੀਬਨ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਉੱਥੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਪਰ ਉਦੋਂ 11, ਸ਼ਾਇਦ ਮੈਨੂੰ ਯਾਦ ਨਹੀਂ 11 ਸਨ ਜਾਂ 13 ਸਨ, 11 ਸਨ ਸ਼ਾਇਦ, ਉਹਦੇ ਵਿੱਚੋਂ ਇਹ ਕਿਹਾ ਜਾ ਰਿਹਾ ਸੀ ਕਿ ਸਾਰੇ ਇਹ ਜਿਹੜੇ ਮੈਂਬਰ ਪਾਰਲੀਮੈਂਟ ਨੇ ਇਹ ਸਿਮਰਨਜੀਤ ਸਿੰਘ ਮਾਨ ਦੀ ਸਲੇਟ ਦੇ ਵਿੱਚ ਨੇ। ਪਰ ਨਹੀਂ, ਸਰਦਾਰ ਅਤਿੰਦਰਪਾਲ ਸਿੰਘ ਜੀ ਆਜ਼ਾਦ ਖੜੇ ਹੋਏ ਸੀ ਔਰ ਆਜ਼ਾਦ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਦੂਸਰੇ ਨੰਬਰ ਤੇ ਲੈ ਕੇ ਉਹ ਜਿੱਤੇ ਸਨ। ਅੱਜ ਮੇਰੀ ਮੁਰਾਦ ਹੈ ਸਰਦਾਰ ਅਤਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਪਟਿਆਲਾ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਬਿਲਕੁਲ ਜੀ। ਸੋ ਜੀ ਆਏ ਕਹਿੰਦੇ ਅਸੀਂ ਤੁਹਾਨੂੰ ਵੀਰ ਜੀ, ਸਾਡੇ ਵੱਲੋਂ ਤੁਹਾਨੂੰ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਕੁਲਦੀਪ ਸਿੰਘ ਜੀ ਨੂੰ ਵੀ ਤੇ ਸਰਦਾਰਨੀ ਬਲਜਿੰਦਰ ਕੌਰ ਜੀ ਨੂੰ ਵੀ ਤੇ ਤੁਹਾਡੇ ਸਾਰੇ ਟੀਵੀ ਦੇ ਸਰੋਤਿਆਂ ਨੂੰ ਸਤਿਕਾਰ ਨਾਲ ਫਤਿਹ ਸਵਾਰ ਕਰਾਂਗਾ। ਸਰਦਾਰ ਅਤਿੰਦਰਪਾਲ ਸਿੰਘ ਜੀ, ਤੁਹਾਨੂੰ ਫੋਲੋ ਕਰਦੇ ਰਹੀਦਾ, ਤੁਹਾਨੂੰ ਦੇਖਦੇ ਰਹੀਦਾ ਹੈ। ਮੈਂ ਤਾਂ ਇਹ ਸਮਝ ਰਿਹਾ ਸੀ ਕਿ ਕਿਉਂਕਿ ਤੁਹਾਡਾ ਜਿਹੜਾ ਆਪਣਾ ਚੈਨਲ ਹੈ, ਤੁਹਾਡੀ ਵੈਬਸਾਈਟ ਹੈ, ਤੁਸੀਂ ਬਹੁਤ ਕੁਝ ਜਿਹੜੀ ਸੱਚਾਈਆਂ ਨੇ, ਕਿਉਂਕਿ ਆਮ ਕਰਕੇ
ਹੁੰਦਾ ਕੀ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਛੋਟੇ ਛੋਟੇ ਵੈਬ ਚੈਨਲ ਚੱਲੇ ਹੋਏ ਨੇ, ਪਰ ਉਹਦੇ ਵਿੱਚ ਸਿਰਫ ਤੇ ਸਿਰਫ ਆਪਣੀ ਮਸ਼ਹੂਰੀ ਕਰਨ ਦੇ ਲਈ ਉਹ ਕੰਮ ਕੀਤੇ ਜਾਂਦੇ ਆ। ਪਰ ਜਿਹੜੇ ਤੱਥ ਤੁਸੀਂ ਕੱਢ ਕੇ ਲਿਆਉਨੇ ਹੋ, ਇਹਨੇ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਹੈ। ਆ ਜਿਹੜਾ ਕਿਹਾ ਜਾ ਰਿਹਾ ਕਿ 267 ਬੀੜਾਂ ਗੁੰਮ ਹੋਈਆਂ ਨੇ, ਬਾਅਦ 'ਚ ਪਤਾ ਲੱਗਾ ਕਹਿੰਦੇ 267 ਨਹੀਂ 321 ਬੀੜਾਂ ਨੇ ਜੀ। ਤੇ ਹੌਲੇ ਹੌਲੇ ਨਿਕਲ ਲੱਗ ਪਿਆ ਨਹੀਂ ਜੀ ਇਹ ਤਾਂ 400 ਨੇ, ਫਿਰ 500। ਸਰਦਾਰ ਅਤਿੰਦਰਪਾਲ ਸਿੰਘ ਹੁਣੀ ਕਹਿੰਦੇ ਨੋ, ਇਹ 500 ਨਹੀਂ ਤਾਂ 3300 ਬੀੜਾਂ ਗੁੰਮ ਹੋਈਆਂ ਨੇ ਜੀ। ਇਹਦੇ ਬਾਰੇ ਸੱਚ ਕੀ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਨੇ ਤੁਹਾਡੇ ਵੱਲੋਂ ਜਿਹੜਾ ਇੱਕਦਮ ਬੰਬ ਫਟਿਆ, ਜਿਹੜਾ ਮੈਂ ਪੰਜਾਬੀ 'ਚ ਇਹੀ ਕਹਾਂਗਾ ਕਿ ਤੁਹਾਡੇ ਵੱਲੋਂ ਇੰਨਾ ਸੱਚ ਬਾਹਰ ਕੱਢਣ ਤੋਂ ਬਾਅਦ ਇੱਕਦਮ ਉਹਨਾਂ ਦੇ ਹੱਥ ਪੈਰ ਕੰਬਣ ਲੱਗ ਪਏ ਵੀ ਆਹ ਕੀ ਕਰਤਾ ਅਤਿੰਦਰਪਾਲ ਸਿੰਘ ਉਹਨਾਂ ਨੇ, ਇਹ ਸਾਰਾ ਕੁਝ ਕਿਵੇਂ ਵਾਪਰਿਆ ਜੀ? ਵੀਰ ਜੀ ਬੜੀ ਸਪਸ਼ਟ ਗੱਲ ਆ ਕਿ ਜਿਸ ਵੇਲੇ ਕਾਰਜਕਾਰੀ ਜਥੇਦਾਰ ਜਿਹੜੀ ਕਿ ਕਾਰਜਕਾਰੀ ਦੀ ਪੋਸਟ ਕਿਤੇ ਸਿੱਖ ਰਹਿਤ ਮਰਿਆਦਾ ਵਿੱਚ ਵੀ ਨਹੀਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 1925 ਦੇ ਐਕਟ ਵਿੱਚ ਵੀ ਨਹੀਂ ਹੈਗੀ ਜੀ, ਤੇ ਉਹ ਕਾਰਜਕਾਰੀ ਜਥੇਦਾਰ ਨੇ ਇੱਕ ਕਮਿਸ਼ਨ ਬਣਾਇਆ ਆਪਣੀ ਯਾਰੀ ਦੋਸਤੀ ਚ ਸਰਦਾਰ ਈਸ਼ਰ ਸਿੰਘ ਜੀ ਦਾ ਜੀ। ਉਹਨਾਂ ਨਾਲ 2 ਬੀਬੀਆਂ, ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੀ ਐਡਵੋਕੇਟ ਤੇ ਇੱਕ ਸੀਏ ਨਾਲ ਉਹਨਾਂ ਨੇ ਲਗਾਈ। ਪਰ ਐਕਚੁਅਲ ਜਿਹੜਾ ਕਮਿਸ਼ਨ ਬਣਾਇਆ ਸੀ ਉਹਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਕ ਬੀਬਾ ਜੀ ਸੀ ਰਿਟਾਇਰਡ ਜੱਜ, ਉਹਨਾਂ ਨੂੰ ਲਿਆ ਗਿਆ ਸੀ ਜੀ। ਉਹਨਾਂ ਨਮਿਤ ਵੀ ਗਲਤ ਬਿਆਨੀਆਂ ਕੀਤੀਆਂ ਗਈਆਂ ਕਿ ਬਈ ਸ਼ਾਇਦ ਬਿਮਾਰ ਹੋ ਗਏ ਨੇ ਜਾਂ ਉਹਨਾਂ ਦੇ ਘਰੇਲੂ ਰੀਜਨ ਨੇ ਜਾਂ ਉਹਨਾਂ ਨੂੰ ਟਾਈਮ ਨਹੀਂ ਹੈਗਾ। ਐਸਾ ਉਸ ਕਮਿਸ਼ਨ ਦਾ ਕੋਈ ਵੀ ਉਹ ਨਹੀਂ ਸੀ ਜੀ। ਅਸਲ ਗੱਲ ਹੈ ਕਿ ਇਸ ਕਮਿਸ਼ਨ ਦਾ ਕੋਈ ਦਾਇਰਾ ਹੀ ਨਹੀਂ ਨਿਯਤ ਕੀਤਾ ਜਾ ਰਿਹਾ ਸੀ। ਓਕੇ। ਤੇ ਜੱਜ ਸਾਹਿਬਾਨ ਜਿਹੜੇ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਤਿਕਾਰਯੋਗ ਜੱਜ ਰਹੇ ਹੋਣ ਜੀ, ਉਹ ਐਸੇ ਕਿਸੇ ਵੀ ਕਮਿਸ਼ਨ ਨਾਲ ਜੋੜਨਾ ਹੀ ਨਹੀਂ ਸੀ ਚਾਹੁੰਦੇ ਜਿਹਦਾ ਕੋਈ ਦਾਇਰਾ ਨਾ ਹੋਏ ਤੇ ਜਿਹਦੇ ਕੋਈ ਅਧਿਕਾਰ ਨਾ ਹੋਣ। ਓਕੇ, ਬੇਸਿਕ ਗੱਲ ਹੈਗੀ ਹੈ ਜੀ ਜੀ। ਤੇ ਫਿਰ ਬਾਦਲਾਂ ਨੂੰ ਤੇ ਕਾਰਜਕਾਰੀ ਜਥੇਦਾਰ ਨੂੰ ਆਈਓ ਜਿਹਾ ਇੱਕ ਟੂਲ ਮਿਲਿਆ ਗਿਆਨੀ ਈਸ਼ਰ ਸਿੰਘ ਜੀ, ਜਿਹੜੇ ਹੁਣ ਪਹਿਲਾਂ ਗਿਆਨੀ ਈਸ਼ਰ ਸਿੰਘ ਜੀ ਸੀ, ਅੱਜ ਕੱਲ ਹੁਣ ਉਹ ਕਹਿੰਦੇ ਨੇ ਅਸੀਂ ਐਡਵੋਕੇਟ ਤੇਲੰਗਾਨਾ ਹਾਈ ਕੋਰਟ ਦੇ ਜੀ। ਪਰ ਉਹ ਰਹਿੰਦੇ ਪੰਜਾਬ ਵਿੱਚ ਹੀ ਨੇ ਤੇ ਪੰਜਾਬ ਵਿੱਚ ਜਿੱਥੇ ਦਮਦਮਾ ਸਾਹਿਬ ਉਹ ਰਹਿੰਦੇ ਨੇ ਉਹ ਵੀ ਨਾਨਕਸਰੀਆਂ ਦਾ ਮਸਤਵਾਨ ਵਾਲਿਆਂ ਦਾ ਡੇਰਾ ਹੈਗਾ ਜੀ ਜੀ। ਉੱਥੋਂ ਦੇ ਉਹ ਜਨਰਲ ਸੈਕਟਰੀ ਜੋ ਆਪ ਦਾ ਠੀਕ ਆ ਜੀ ਜੀ। ਉਹ ਇੱਕ ਟੂਲ ਮਿਲ ਗਿਆ ਜਿਹੜਾ ਬਿਨਾਂ ਦਾਇਰੇ ਦੇ ਨਿਰਧਾਰਨ ਤੋਂ ਤੇ ਬਿਨਾਂ ਕਿਸੇ ਅਧਿਕਾਰ ਤੋਂ ਜੀ ਸਾਰੀ ਜਾਂਚ ਪੜਤਾਲ ਫੈਬਰੀਕੇਟਡ ਹਿਸਾਬ ਨਾਲ ਤੇ ਸਕ੍ਰਿਪਟਡ ਕਹਾਣੀ ਦੇ ਹਿਸਾਬ ਨਾਲ ਕਰਨ ਨੂੰ ਤਿਆਰ ਹੋ ਗਿਆ ਜੀ ਜੀ। ਉਹਨੇ ਇੱਕ ਸਕ੍ਰਿਪਟਡ ਕਹਾਣੀ ਨੂੰ ਬੜੇ ਅੱਛੇ ਤਰੀਕੇ ਨਾਲ ਸੰਜੋ ਲਿਆ ਤੇ ਆਪਣੀ 1100 ਤੋਂ ਵੱਧ 1150 ਲਗਭਗ ਸਫ਼ਿਆਂ ਦੀ ਇੱਕ ਰਿਪੋਰਟ ਪੇਸ਼ ਕਰ ਦਿੱਤੀ ਜੀ ਜੀ। ਪੰਥ ਵਿੱਚ ਇਹ ਮੁੱਦਾ ਬਣ ਗਿਆ ਕਿ ਬਈ ਪੰਥ ਉਹ ਰਿਪੋਰਟ ਜਾਰੀ ਕੀਤੀ ਜਾਏ ਕਿਉਂਕਿ ਐਸਜੀਪੀਸੀ ਪਹਿਲਾਂ ਮੰਨੀ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਸਰਦਾਰ ਕਮਲਜੀਤ ਸਿੰਘ ਜਿਹੜੇ ਇੰਚਾਰਜ ਸੀ ਉਹਨਾਂ ਨੇ ਕਿਹਾ 267 ਸਰੂਪ ਘੱਟ ਨੇ ਜੀ। ਇਸ ਕਮੇਟੀ ਨੇ ਜਦੋਂ ਜਾਂਚ ਕੀਤੀ ਤੇ ਉਹ ਕਮਿਸ਼ਨ ਨੇ ਤੇ ਉਹਨੇ ਕਿਹਾ 328 ਸਰੂਪ ਘੱਟ ਨੇ ਜੀ। ਇਸ ਕਰਕੇ ਪੰਥ ਵਿੱਚ ਬਹੁਤ ਜ਼ਿਆਦਾ ਤਾਂਘ ਹੋ ਗਈ ਕਿ ਸਾਰੀ ਰਿਪੋਰਟ ਜਾਰੀ ਕੀਤੀ ਜਾਏ ਜੀ। ਸਾਰੀ ਰਿਪੋਰਟ ਨੂੰ ਬਾਦਲਾਂ ਦੇ ਹਿੱਤ ਵਿੱਚ ਵਰਤਣ ਵਾਸਤੇ ਉਹਨਾਂ ਨੇ ਲੁਕੋ ਲਿਆ। ਓਕੇ। ਕੁਝ ਪੰਥਕ ਧਿਰਾਂ ਨੇ ਆਪਣਾ ਔਰ ਆਪਣੇ ਪ੍ਰਚਾਰਕਾਂ ਨੇ ਤੇ ਕਥਾਵਾਚਕਾਂ ਨੇ ਮਿਲ ਕੇ ਐਸਜੀਪੀਸੀ ਦੇ ਦਫ਼ਤਰ ਦੇ ਸਾਹਮਣੇ ਧਰਨਾ ਵੀ ਲਾ ਲਿਆ ਕਿ ਵੀ ਰਿਪੋਰਟ ਜਾਰੀ ਕੀਤੀ ਜਾਏ। ਜੀ ਬਿਲਕੁਲ ਜੀ। ਉਹਨਾਂ ਦੇ ਧਰਨਾ ਲਾਉਣ ਤੋਂ 5ਵੇਂ ਦਿਨ ਦਾਸ ਨੇ ਉਹ ਰਿਪੋਰਟ ਹਾਸਲ ਕਰ ਲਈ ਜੀ। ਓਕੇ। ਉਹ ਧਰਨਾ ਲਾਉਂਦੇ ਹੀ ਰਹਿ ਗਏ। ਮੈਂ ਸਾਰੀ ਰਿਪੋਰਟ ਬਣਾ ਲਈ ਐਸਜੀਪੀਸੀ ਵਿੱਚ। ਜੀ। ਉਹ ਰਿਪੋਰਟ ਦੇ 3 ਪੱਖ ਨੇ ਮੇਨ, ਇੱਕ ਬਿਆਨ ਨੇ, ਇੱਕ ਡੋਚ ਨੇ ਅੱਛਾ। ਤੇ ਤੀਸਰਾ ਪੱਖ ਹੈਗਾ ਜਿਹੜੀ ਗਿਆਨੀ ਈਸ਼ਰ ਸਿੰਘ ਜੀ ਨੇ ਉਹਨਾਂ ਦੇ ਆਧਾਰ ਤੇ ਰਿਪੋਰਟ ਤਿਆਰ ਕਰਕੇ ਪੇਸ਼ ਕੀਤੀ। ਜੀ।
ਮੈਂ ਉਸ ਰਿਪੋਰਟ ਨੂੰ ਆਪਣੇ ਚੈਨਲ ਅਤਿੰਦਰਪਾਲ ਸਿੰਘ YouTube ਚੈਨਲ ਤੇ ਜੀ ਆਪਣੀ ਸਪੀਚ ਵਿੱਚ ਬੋਲ ਕੇ ਛਾਇਆ ਕਰ ਦਿੱਤੀ, ਰਿਪੋਰਟ ਦਿਖਾ ਦਿੱਤੀ ਕਿ ਵੀ ਇਹ ਮੇਰੇ ਕੋਲ ਰਿਪੋਰਟ ਹੈ, ਜਿਹਨੂੰ ਚਾਹੀਦੀ ਹੈ, ਜਿਹੜੀ ਜਥੇਬੰਦੀ ਨੂੰ ਚਾਹੀਦੀ ਹੈ ਲੈ ਲਓ। ਜੀ ਮੈਂ ਲੈ ਆਇਆ। ਹੂੰ ਔਰ ਜੇ ਇਹ ਰਿਪੋਰਟ ਗਲਤ ਹੈ ਤੇ ਜਥੇਦਾਰ ਅਕਾਲ ਤਖਤ ਤੇ ਲੌਂਗੋਵਾਲ ਕਹੇ ਕਿ ਵੀ ਇਹ ਝੂਠ ਹੈ, ਹੂੰ ਉਹ ਵਾਹ ਇੱਕ ਵੀ ਬਿਆਨ ਨਹੀਂ ਦੇ ਸਕੇ ਕਿ ਵੀ ਅਤਿੰਦਰਪਾਲ ਸਿੰਘ ਕੋਲ ਸੱਚੀ ਰਿਪੋਰਟ ਹੈ ਕਿ ਝੂਠੀ ਰਿਪੋਰਟ ਹੈ। ਅੱਛਾ ਉਹ ਭੱਜਦੇ ਰਹੇ ਪ੍ਰੈਸ ਵਾਲਿਆਂ ਤੋਂ ਵੀ। ਜੀ ਜੀ ਅਖੀਰ ਤੀਸਰੇ ਦਿਨ ਬਹੁਤ ਜ਼ਿਆਦਾ ਭੜਥੂ ਮਚਿਆ ਜੀ। ਆਪਣਾ ਗਿਆਨੀ ਈਸ਼ਰ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕੀਤਾ ਗਿਆ, ਜੀ ਦੋਨਾਂ ਬੀਬੀਆਂ ਨੂੰ ਵੀ ਕੀਤਾ ਗਿਆ, ਜਿਨਨੇ ਜਿਹੜੇ ਰਿਪੋਰਟ ਬਣਾਉਣ ਵਿੱਚ ਕਲਰਕ ਤੇ ਸਹਿਯੋਗੀ ਸੀ, ਅਫਸਰ ਸੀ, ਸਾਰਿਆਂ ਦੇ ਨੂੰ ਤਲਬ ਕਰਕੇ ਪੁੱਛਿਆ ਗਿਆ ਵੀ ਰਿਪੋਰਟ ਕਿਵੇਂ ਲੀਕ ਹੋ ਗਈ, ਲੀਕ ਕਿਵੇਂ ਹੋ ਗਈ। ਲੀਕ ਕਿਵੇਂ ਹੋ ਗਈ। ਹੂੰ ਮੇਰੇ ਤੱਕ ਵੀ ਇੱਕ ਇਨਡਾਇਰੈਕਟ ਅਪਰੋਚ ਇਹਨਾਂ ਨੇ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅਕਾਲ ਤਖਤ ਦੇ ਦਫ਼ਤਰ ਤੋਂ ਉਵੇਂ ਹੀ ਰਿਪੋਰਟ ਲੈ ਕੇ ਆਇਆ ਜਿਵੇਂ ਮੈਂ ਸਰਤਾਜ ਦੀ ਰਿਪੋਰਟ ਲੈ ਆਇਆ ਸੀ। ਵਾਹ ਜੀ ਵਾਹ। ਸਰਤਾਜ ਨੇ ਜਿਹੜਾ ਜਫਰਨਾਮਾ ਗਾਇਆ ਉਹਨੂੰ ਇਹਨਾਂ ਨੇ ਮਾਫ ਕਰਤਾ। ਜੀ ਬਿਲਕੁਲ। ਉਹ ਵੀ ਸਾਰੀ ਰਿਪੋਰਟ ਮੈਂ ਹੀ ਪੰਥ ਨੂੰ ਲਿਆ ਕੇ ਦੱਸੀ ਸੀ ਕਿ ਬਈ ਆ ਜੇ ਅਸਲ ਜਿਹਦੇ ਡਾਕਟਰ ਸੁਖਪ੍ਰੀਤ ਸਿੰਘ ਹਾਂਜੀ ਤੇ ਮੈਂ ਕਿਹਾ ਉਵੇਂ ਹੀ ਮੈਂ ਰਿਪੋਰਟ ਲੈ ਆਇਆ, ਬਾਕੀ ਮੈਂ ਨਹੀਂ ਦੱਸਦਾ, ਮੇਰੇ ਆਪਣੇ ਸੋਰਸ ਨੇ। ਹੂੰ ਆਪਣਾ ਗੋਬਿੰਦ ਸਿੰਘ ਲੌਂਗੋਵਾਲ ਜੀ ਨੂੰ ਅਲਟੀਮੇਟਲੀ ਮੇਰੇ ਇਸ ਗੱਲ ਦਾ ਪਤਾ ਚੱਲਣ ਤੋਂ ਬਾਅਦ ਇਜਲਾਸ ਕਿ ਬਈ ਇਹ ਅਕਾਲ ਤਖਤ ਸਾਹਿਬ ਤੋਂ ਹੀ ਰਿਪੋਰਟ ਲੈ ਗਿਆ, ਹੂੰ ਉਹਨਾਂ ਨੇ ਤੀਸਰੇ ਦਿਨ ਅਨਾਉਂਸ ਕਰ ਦਿੱਤਾ ਕਿ ਬਈ ਅਸੀਂ ਰਿਪੋਰਟ ਅੱਜ ਰਾਤ ਨੂੰ ਜਾਰੀ ਕਰਦਾ। ਜੀ ਜੀ ਤੇ ਦੇਖੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਲੀਹਾਂ ਤੇ ਚੱਲ ਰਹੀ ਹੈ ਜਿਨ੍ਹਾਂ ਲੀਹਾਂ ਤੇ ਕਦੇ ਆਪਣਾ ਭਾਰਤ ਦੀ ਰਹਿ ਚੁੱਕੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਉਹਦਾ ਪੁੱਤਰ ਸੰਜੇ ਗਾਂਧੀ ਚੱਲਦਾ ਸੀ। ਜੀ ਉਹਨਾਂ ਨੇ ਇੱਕ ਪਿਰਤ ਪਾਈ ਸੀ ਕਿ ਮਿਡਨਾਈਟ ਨੂੰ ਹਰ ਚੀਜ਼ ਦੇ ਆਰਡਰ ਕਰਨੇ ਨੇ। ਅੱਛਾ ਜੀ। ਉਸ ਤੋਂ ਪਹਿਲਾਂ ਕੋਈ ਵੀ ਭਾਰਤ ਵਿੱਚ ਮਿਡਨਾਈਟ ਨੂੰ ਆਰਡਰ ਨਹੀਂ ਸੀ ਹੁੰਦੇ, ਐਮਰਜੈਂਸੀ ਸ਼ੁਰੂ ਹੋਈ ਸੀ ਪਿਰਤ। ਓਕੇ। ਪਿਰਤ ਨੂੰ ਮੋਦੀ ਨੇ ਵੀ ਅਪਣਾ ਲਿਆ ਜੀ ਜੀ ਤੇ ਉਸੇ ਪਿਰਤ ਨੂੰ ਗੋਬਿੰਦ ਸਿੰਘ ਲੌਂਗੋਵਾਲ ਨੇ ਅਪਣਾ ਲਿਆ। 3 ਦਿਨ ਬਾਅਦ ਰਾਤ ਨੂੰ 11:15 ਵਜੇ ਤੋਂ ਲੈ ਕੇ 1:30 ਵਜੇ ਤੱਕ ਰਾਤ ਨੂੰ ਆ ਰਿਪੋਰਟ ਐਸਜੀਪੀਸੀ ਦੀ ਸਾਈਟ ਤੇ ਚਾੜਦੇ ਰਹੇ। ਵਾਹ ਜੀ ਵਾਹ। ਮੈਂ ਉਹ ਵੀ ਨਾਲ ਦੇ ਨਾਲ ਸਾਰੀ ਡਾਊਨਲੋਡ ਕਰਦਾ ਰਿਹਾ ਜੀ। ਓਕੇ, ਤਾਂ ਜੋ ਟੈਲੀ ਕੀਤੀ ਜਾ ਸਕੇ, ਕਿਤੇ ਫਰਕ ਨਾ ਹੋਵੇ, ਫਰਕ ਨਾ ਪੈ ਜਾਏ ਜੀ। ਜੀ ਜੀ ਜੀ। ਮੈਂ ਆਪਣੀ ਰਿਪੋਰਟ ਨਾਲ ਉਹਨਾਂ ਦੀ ਰਿਪੋਰਟ ਟੈਲੀ ਕੀਤੀ, ਪੂਰੀ ਦੀ ਪੂਰੀ ਹੂਬਹੂ ਹੈ ਜੀ। ਓਕੇ। ਮੈਂ 72 ਘੰਟੇ ਇੰਤਜ਼ਾਰ ਕੀਤਾ ਕਿ ਬਈ ਹੁਣ ਤਾਂ ਪੰਥਕ ਧਿਰਾਂ, ਚਲੋ ਮੈਂ ਤਾਂ 5 ਦਿਨ ਪਹਿਲਾਂ ਰਿਪੋਰਟ ਜਾਰੀ ਕਰ ਦਿੱਤੀ ਸੀ, ਹੁਣ ਤਾਂ ਅਧਿਕਾਰਤ ਤੌਰ ਤੇ ਐਸਜੀਪੀਸੀ ਦੀ ਸਾਈਟ ਤੇ ਚੜ ਗਈ ਹੈ। ਜੀ ਜੀ। 72 ਘੰਟੇ ਤੋਂ ਵੱਧ ਦਾ ਸਮਾਂ, ਹੁਣ ਅੱਜ ਤਾਂ 3 ਦਿਨ ਹੋ ਗਏ ਨੇ, ਤੀਜਾ ਦਿਨ ਬਿਲਕੁਲ। ਪੰਥਕ ਧਿਰਾਂ ਹੁਣ ਤਾਂ ਕੁਝ ਬੋਲਣਗੀਆਂ। ਜੀ ਜਿਹੜੀਆਂ ਸਾਰੀਆਂ ਪੰਥਕ ਧਿਰਾਂ ਕਹਿੰਦੀਆਂ ਸੀ ਰਿਪੋਰਟ ਜਾਰੀ ਕਰੋ, ਰਿਪੋਰਟ ਜਾਰੀ ਕਰੋ, ਹੁਣ ਉਹਨਾਂ ਨੇ ਰਿਪੋਰਟ ਜਾਰੀ ਕਰ ਦਿੱਤੀ। ਹੁਣ ਸਾਰੇ ਸੱਪ ਸੁੰਘ ਗਿਆ, ਕੋਈ ਬੋਲ ਹੀ ਨਹੀਂ ਰਿਹਾ। ਅੱਛਾ, ਇਹ ਸਾਜ਼ਿਸ਼ ਵੀ ਸਮਝਣੀ ਪੈਣੀ ਹੈ। ਓਕੇ, ਤੁਹਾਡਾ ਧਿਆਨ ਇਸ ਪਾਸੇ ਲੈ ਕੇ ਆਇਆ। ਹਾਂਜੀ, ਕਿਉਂਕਿ ਪਹਿਲਾਂ ਰੌਲਾ ਬਹੁਤ ਪੈ ਰਿਹਾ ਸੀ ਤੇ ਹੁਣ ਅਚਨਚੇਤ ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਤੁਹਾਡੀ ਵੈਬਸਾਈਟ ਦੇ ਉੱਤੇ ਵੀ ਪੂਰੀ ਰਿਪੋਰਟ ਪਈ ਹੈ। ਮੈਂ ਕੱਲ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਮੈਂ ਦੇਖੀ ਪੂਰੀ ਰਿਪੋਰਟ ਉੱਥੇ ਹੈ, ਪਰ ਸਾਰੀਆਂ ਧਿਰਾਂ ਹੁਣ ਚੁੱਪ ਕਿਉਂ ਕਰ ਗਈਆਂ? ਬਾਹਰ ਜਿਹੜਾ ਧਰਨਾ ਲੱਗਾ ਸੀ ਅਜੇ ਵੀ ਲੱਗਾ ਹੋਇਆ ਹੈ, ਜਾਂ ਉਹ ਖਤਮ ਹੋ ਗਿਆ ਕਿ ਹੁਣ ਤਾਂ ਸਾਨੂੰ ਪਤਾ ਲੱਗ ਗਿਆ ਅਸਲੀਅਤ ਕੀ ਹੈ, ਜਾਂ ਕਿਸੇ ਕੋਲ ਪੜਨ ਜੋਗਾ ਸਮਾਂ ਹੀ ਨਹੀਂ? ਨਹੀਂ ਜੀ, ਉਹ ਤੇ ਆਪਣਾ ਅਜੀਬ ਜਿਹੀ ਸਿਚੁਏਸ਼ਨ ਹੈ ਜੀ। ਉਹਨਾਂ ਨੇ ਤੇ ਦੇਖੋ ਰੋਜੀ ਰੋਟੀ ਦਾ ਸਵਾਲ ਬਣਾਇਆ ਹੋਇਆ ਪੰਥ ਵਿੱਚ ਬੜੀਆਂ ਚੀਜ਼ਾਂ ਨੂੰ ਜੀ। ਉਹ ਪੰਥ ਵੀ ਸਮਝਣ ਲੱਗ ਗਿਆ, ਹੁਣ ਸਿੱਖ ਵੀ ਸਮਝਣ ਲੱਗ ਗਏ ਨੇ। ਜੀ ਜੀ। ਜਦ ਰਿਪੋਰਟ ਜਾਰੀ ਹੋ ਗਈ, ਹਾਂਜੀ, ਮੁੱਦਾ ਹੈਗਾ ਕਿ ਤੁਸੀਂ ਰਿਪੋਰਟ ਮੰਗਦੇ ਸੀ, ਰਿਪੋਰਟ ਜਾਰੀ ਹੋ ਗਈ, ਹੁਣ ਸਾਰੇ ਕਥਾਵਾਚਕ, ਪ੍ਰਚਾਰਕ, ਬੁੱਧੀਜੀਵੀ ਤੇ ਉਹ ਸੰਘਰਸ਼ੀਲ ਧਿਰਾਂ ਉਸ ਰਿਪੋਰਟ ਤੇ ਚੁੱਪ ਕਿਉਂ ਨੇ? ਬੜਾ ਵੱਡਾ ਸਾਜ਼ਿਸ਼ੀ ਮਿਸ਼ਨ ਹੈ। ਹੋ ਸਕਦਾ ਉਹਨਾਂ ਨੂੰ ਪਤਾ ਹੀ ਨਾ ਲੱਗਾ ਹੋਵੇ, ਅਜੇ ਪੜ੍ਹੀ ਨਾ ਹੋਵੇ। ਹਾਂਜੀ,
ਹੋ ਸਕਦਾ ਪੜ੍ਹੀ ਨਾ ਹੋਵੇ ਜਾਂ ਉਹਨਾਂ ਨੂੰ ਸਮਝ ਨਾ ਆਉਂਦੀ ਹੋਵੇ ਵੀ ਰਿਪੋਰਟ 'ਚ ਹੈ ਕੀ। ਵੀਰ ਜੀ ਮੈਂ ਉਹ ਵੀ ਕੱਲ ਵੀਡੀਓ ਚਾੜ ਦਿੱਤੀ, ਅੱਜ ਜੀ। ਉਸ ਵੀਡੀਓ ਨੂੰ 24 ਘੰਟੇ ਹੋ ਗਏ। ਜੀ ਮੈਂ ਉਹ ਵੀਡੀਓ ਦਾ ਹੈਡਿੰਗ ਆਹੀ ਰੱਖਿਆ, ਤਿੰਦਰਪਾਲ ਸਿੰਘ YouTube ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਕਿ ਭਲਕੇ ਇਹ ਨਾ ਕਿਹਾ ਜੇ ਕਿ ਸਾਨੂੰ ਕਿਸੇ ਦੱਸਿਆ ਨਹੀਂ। ਜੀ ਮੈਂ ਉਹਦਾ ਹੈਡਿੰਗ ਇਹ ਰੱਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰੂ ਕੇ ਦੋਸ਼ੀਆਂ ਤੇ ਇੰਜ ਕੇਸ ਠੋਕ ਸਕਦੇ ਹੋ। ਅੱਛਾ ਹਾਂ, ਮੈਂ ਰਿਪੋਰਟ ਦੇ ਆਧਾਰ ਤੇ ਸਾਰੀਆਂ ਲੀਗਲ ਗੱਲਾਂ ਵੀ 24 ਘੰਟੇ ਪਹਿਲਾਂ ਹੁਣ ਸਾਰਿਆਂ ਨੂੰ ਦੱਸ ਚੁੱਕਾ। ਜੀ ਉਸ ਤੋਂ ਬਾਅਦ ਵੀ ਇਹ ਚੁੱਪ ਜੇ। ਜੀ ਓਕੇ ਬਿਲਕੁਲ ਉਸ ਤੋਂ ਜੀ। ਬਾਅਦ ਅੱਜ ਵੀਰ ਜੀ ਅਸੀਂ ਇਸੇ ਲਈ ਹੀ ਅਸੀਂ ਇਹ ਉਪਰਾਲਾ ਕੀਤਾ ਕਿ ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਆਈਏ। ਬਹੁਤ ਸਾਰੀਆਂ ਸੰਗਤਾਂ, ਬਹੁਤ ਸਾਰੀ ਇਹਨਾਂ ਮੁਲਕਾਂ ਦੇ ਵਿੱਚ ਵਸੇ ਹੋਏ ਆ ਜਿਹੜੇ ਹਮੇਸ਼ਾ ਪੰਜਾਬ ਦਾ ਸੋਚਦੇ ਆ, ਤਾਂ ਕਿ ਜਿਹੜੇ ਇੰਟਰਨੈਟ ਜਾਂ YouTube ਨਹੀਂ ਵਰਤਦੇ, ਸਾਡੇ ਬਜ਼ੁਰਗ ਸਿਆਣੇ ਜਾਂ ਕਈਆਂ ਕੋ ਇਹ ਸਮਾਂ ਨਹੀਂ ਹੁੰਦਾ, ਤੇ ਕਈ ਵਾਰ ਸਾਡਾ ਇਹ ਫਰਜ਼ ਹੁੰਦਾ ਕਿ ਅਸੀਂ ਉਹਨਾਂ ਤੱਕ ਸੱਚ ਲੈ ਕੇ ਆਈਏ। ਸੋ ਤੁਹਾਡੇ ਕੋਲੋਂ ਅਸੀਂ ਅੱਜ ਅਸਲ ਸੱਚ ਤੇ ਗੁੰਮਸ਼ੁਦਗੀ ਜਿਹੜੀ ਪਾਵਨ ਬੀੜਾਂ ਦੀ ਆ, ਉਹਦੇ ਅਸਲ ਦੋਸ਼ੀ ਕੌਣ ਆ, ਤੁਹਾਡੇ ਕੋਲੋਂ ਅਸੀਂ ਅੱਜ ਡੀਟੇਲ ਦੇ ਵਿੱਚ ਜਾਣਾਂਗੇ ਜੀ। ਬੜੀ ਸਪਸ਼ਟ ਜਿਹੀ ਗੱਲ ਆ ਭੈਣ ਜੀ। ਜੀ ਦੋਸ਼ੀਆਂ ਦੀ ਆਪਾਂ ਗੱਲ ਕਰੀਏ ਸਿੱਧੀ ਬਿਲਕੁਲ ਇਫ ਬਟ ਲਗਾਏ ਬਿਨਾ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਕਟ ਦੀ ਧਾਰਨਾ ਦੇ ਤਹਿਤ ਪ੍ਰਬੰਧਕੀ ਨਿਜ਼ਾਮ ਨਿਯਤ ਕੀਤਾ ਗਿਆ, ਜੀ ਜੀ ਉਸ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਨ, ਜੀ ਭੰਡਾਰਨ ਅਤੇ ਸੁਧਾਈ, ਜੀ ਜੀ ਇਹ 5 ਚੀਜ਼ਾਂ ਤੋਂ ਬਾਅਦ ਉਸ ਦੇ ਛਪਾਈ ਲਈ ਆਪਣਾ ਕਾਗਜ਼ ਖਰੀਦਣਾ, ਬਾਈਂਡਿੰਗ ਕਰਵਾਣੀ, ਉਸ ਦੀ ਫਿਰ ਉਸ ਤੋਂ ਬਾਅਦ ਉਪਰੰਤ ਉਸ ਦੀ ਸੰਭਾਲ ਕਰਨੀ। ਜੀ ਜੀ ਇਹ 10 ਚੀਜ਼ਾਂ ਕੇਵਲ ਤੇ ਕੇਵਲ ਪ੍ਰਧਾਨ ਦੇ ਅਧਿਕਾਰ ਖੇਤਰ ਵਿੱਚ, ਚੀਫ ਸੈਕਟਰੀ ਤੇ ਸੈਕਟਰੀ ਦੇ ਅਧਿਕਾਰ ਖੇਤਰ ਵਿੱਚ ਜੀ ਇਹ ਚੀਜ਼ਾਂ ਸਾਰੇ ਸਿੱਖਾਂ ਨੂੰ ਸਪਸ਼ਟ ਤੌਰ ਤੇ ਸਮਝ ਲੈਣੀਆਂ ਚਾਹੀਦੀਆਂ ਨੇ। ਜੀ ਜੀ ਸਾਡੇ ਸਾਰਿਆਂ ਦੇ ਘਰਾਂ ਵਿੱਚ, ਚਾਹੇ ਵਿਦੇਸ਼ੀ ਸਿੱਖ ਨੇ, ਚਾਹੇ ਦੇਸੀ ਅਤੇ ਇੰਡੀਆ ਵਿੱਚ ਕਿਤੇ ਵੀ ਰਹਿ ਰਹੇ ਨੇ, ਜੀ ਜੀ ਸਾਰਿਆਂ ਦੇ ਘਰਾਂ ਵਿੱਚ ਜੰਤਰੀਆਂ ਨੇ ਜਿਹੜੀਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਛਾਪਦੀ ਹੈ। ਜੀ ਜੀ ਉਹ ਜੰਤਰੀ ਨੂੰ ਤੁਸੀਂ ਸਾਰੇ ਜਣੇ ਆਪੋ ਆਪਣੀ ਵੈਬਸਾਈਟ ਤੋਂ ਵੀ, ਟੈਲੀਫੋਨ ਤੇ ਵੀ, SGPC ਦੀ ਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਹੋ। ਫ੍ਰੀ ਡਾਊਨਲੋਡ ਆ ਜਿਨ੍ਹਾਂ ਨੂੰ ਨਹੀਂ ਵੀ ਪਤਾ। ਜੀ ਜੀ ਉਸ ਜੰਤਰੀ ਦੇ ਇਨਰ ਟਾਈਟਲ ਦੇ ਵਿੱਚ, ਟਾਈਟਲ ਪੇਜ ਦੇ ਅੰਦਰਲੇ ਪਾਸੇ ਇਨਰ ਟਾਈਟਲ ਵਿੱਚ ਜੀ ਸਭ ਤੋਂ ਉੱਪਰ ਸਭ ਤੋਂ ਪਹਿਲਾਂ ਲਿਖਿਆ ਜਾਂਦਾ ਕਿ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੇ ਸੰਬੰਧ ਵਿੱਚ ਨਿਯਮਾਵਲੀ। ਓਕੇ, ਨਿਯਮਾਵਲੀ। ਓਕੇ, ਬੜਾ ਮੈਂ ਹੈਰਾਨ ਆ ਕਿ ਮਤਲਬ ਸਾਡੇ ਸਿੱਖਾਂ ਨੂੰ ਇੰਨਾ ਮੰਦਬੁੱਧੀ ਕਰ ਦਿੱਤਾ ਸਾਡੀ ਸਿਆਸਤ ਤੇ ਸਾਡੇ ਬੁੱਧੀਜੀਵੀਆਂ ਨੇ ਕਿ ਹਰ ਚੀਜ਼ ਸਾਡੇ ਹੱਥ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਸਮਝ ਨਹੀਂ ਪਾਉਂਦੇ। ਉਸ ਵਿੱਚ ਦਰਜ ਹੈਗਾ ਬਕਾਇਦਾ ਕਿ ਕਿਸੇ ਨੂੰ ਵੀ, ਕਿਸੇ ਗੁਰਦੁਆਰੇ ਨੂੰ ਜਾਂ ਕਿਸੇ ਇੰਡੀਵਿਜੂਅਲ ਨੂੰ, ਹਾਂਜੀ, ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਕਿਵੇਂ ਮਿਲੇਗੀ। ਓਕੇ, ਠੀਕ ਹੈ ਜੀ। ਉਹ ਪਹਿਲਾ ਨਿਯਮ ਹੈਗਾ ਕਿ ਭੀੜ ਲੈਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਨੂੰ ਐਪਲੀਕੇਸ਼ਨ ਭੇਜੀ ਜਾਵੇ। ਓਕੇ, ਹੁਣ ਸਾਡਾ ਸਕੱਤਰ ਰੂਪ ਸਿੰਘ ਕਹਿੰਦਾ ਮੇਰਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਬਿਲਕੁਲ ਬਿਲਕੁਲ, ਉਹ ਤਾਂ ਭੱਜਿਆ, ਕੈਨੇਡਾ ਆ ਗਏ ਸੀ ਭੱਜ ਕੇ। ਠੀਕ ਆ ਨਾ ਜੀ। ਜੀ ਜੀ ਉਹ ਜੰਤਰੀ ਚ ਲਿਖਿਆ ਹੋਇਆ, ਮੈਂ ਬਾਕੀ ਗੱਲਾਂ ਤੇ ਕਰ ਹੀ ਨਹੀਂ ਰਿਹਾ। ਜੀ ਜੀ ਉਹ ਜੰਤਰੀ ਦਾ ਛਾਪਕ ਸਰਦਾਰ ਰੂਪ ਸਿੰਘ ਆਪ ਹੈ ਜਿਹਦੇ ਵਿੱਚ ਲਿਖਿਆ ਹੋਇਆ, ਜਿਹਨੂੰ ਪਤਾ ਨਹੀਂ ਹੈਗਾ। ਪਰ ਜਿਹਨੂੰ ਪਤਾ ਨਹੀਂ ਹੈਗਾ, ਛਾਪਕ ਆਪ ਨੇ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਗੁੰਮ ਹੁੰਦੀਆਂ ਨੇ ਤੇ ਉਹ ਅੰਮ੍ਰਿਤਸਰ ਨੂੰ ਛੱਡ ਕੇ ਕੈਨੇਡਾ ਆ ਜਾਂਦੇ ਨੇ ਕਿਉਂ ਬਹੁਤ ਜ਼ਰੂਰੀ ਸੀ ਕੈਨੇਡਾ। ਹਾਂਜੀ, ਅੱਛਾ, ਦੂਸਰੀ ਹੈ ਉਹਦੇ ਵਿੱਚ ਨਿਯਮਾਂ ਵਾਲੀ ਮੈਂ ਦੱਸਦਾ ਪਹਿਲਾਂ, ਕਿਉਂਕਿ ਜਦ ਤੱਕ ਵਿਦੇਸ਼ੀ ਬੈਠੇ ਬਜ਼ੁਰਗਾਂ ਨੂੰ, ਕਿਉਂਕਿ ਤੁਹਾਡਾ ਦਿਲ, ਤੁਹਾਡੀ ਜ਼ਮੀਰ, ਤੁਹਾਡੀ ਦਰਦ ਜਿਹੜਾ ਹੈਗਾ ਪੰਜਾਬ ਦੀ ਧਰਤੀ ਤੇ ਰਹਿੰਦਾ। ਮੈਂ ਤਾਂ ਸਾਰੇ ਵਿਦੇਸ਼ੀਆਂ ਦਾ ਸਤਿਕਾਰ ਕਰਦਾ ਔਰ ਬੜਾ ਹੱਥ ਜੋੜ ਕੇ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਸਦਕਾ ਅਸੀਂ ਪੰਜਾਬ ਹੀ ਜਿਉਂਦੇ ਆ।
ਸਾਡੇ ਸਦਕਾ ਨਹੀਂ ਹੁਣ ਤੁਸੀਂ ਵਿਦੇਸ਼ਾਂ ਹੀ ਜੀਂਦੇ। ਧੰਨਵਾਦ ਜੀ। ਜੀ ਥੈਂਕ ਯੂ ਜੀ। ਇਹ ਇੱਕ ਬੜੀ ਅਜੀਬ ਜਿਹੀ ਸਮੀਕਰਨ ਬਣ ਗਿਆ। ਜੀ, ਹਾਂਜੀ। ਜੀ। ਹੁਣ ਉੱਥੇ ਬੈਠੇ ਜਿਹੜੇ ਦਰਦਮੰਦ ਨੇ ਉਹ ਇਹ ਚੀਜ਼ ਨੂੰ ਸਮਝਣ ਕਿ 77 ਨੂੰ ਰਿਪੋਰਟ ਕਰਨੀ ਪੈਂਦੀ ਹੈ ਸਭ ਤੋਂ ਪਹਿਲਾਂ ਐਪਲੀਕੇਸ਼ਨ। ਜੀ ਜੀ ਫਿਰ ਐਪਲੀਕੇਸ਼ਨ 77 ਪ੍ਰਧਾਨ ਤੋਂ ਮਾਰ ਕਰਵਾਉਂਦਾ। ਜੀ ਮਾਰ ਕਰਾਉਣ ਤੋਂ ਬਾਅਦ ਉਹ ਬੰਦਿਆਂ ਨੂੰ ਸੂਚਿਤ ਕੀਤਾ ਜਾਂਦਾ ਕਿ ਤੁਹਾਨੂੰ ਬੀੜ ਇਸ ਤਰੀਕੇ ਨਾਲ ਮਿਲੇਗੀ, ਇਹ ਨਿਯਮਾਵਲੀ ਹੈ। ਵਾਹ। 77 ਸੂਚਿਤ ਕਰਦਾ। ਜੀ ਜੀ ਠੀਕ ਹੈ ਜੀ। ਉਹ ਨਿਯਮਾਵਲੀ ਫੇਰ ਲਿਖੀ ਗਈ ਹੈ ਜੰਤਰੀ ਦੇ ਉੱਪਰ ਹੀ। ਉਹਦੇ ਚ ਆਰਟੀਕਲ 1 ਚ ਦਰਜ ਹੈਗਾ ਕਿ ਜਿਨ੍ਹਾਂ ਨੇ ਵੀ ਬੀੜ ਲੈਣੀ ਹੈ, ਜਿਹੜੀ ਕਮੇਟੀ ਨੇ ਜਾਂ ਇੰਡੀਵਿਜੂਅਲ ਨੇ ਲੈਣੀ ਹੈ, ਉਹ ਆਪਣੇ ਹਲਕੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੋਂ ਤਸਦੀਕ ਕਰਾ ਕੇ ਹਲਫੀਆ ਬਿਆਨ ਲਿਆਏ ਕਿ ਬਈ ਮੈਂ ਬੀੜ ਸਾਹਿਬ ਦਾ ਸਤਿਕਾਰ ਕਰਨ ਦੇ ਯੋਗ ਹਾਂ, ਮੇਰੇ ਕੋਲ ਸਤਿਕਾਰਯੋਗ ਥਾਂ ਹੈਗੀ ਹੈ ਜੀ, ਕੋਲ ਪ੍ਰਬੰਧ ਹੈਗਾ ਜੀ, ਤਾਂ ਬੀੜ ਮਿਲੇ। ਹਾਂ, ਹੁਣ ਹਲਕੇ ਦਾ ਸ਼੍ਰੋਮਣੀ ਕਮੇਟੀ ਮੈਂਬਰ ਇਨਵੋਲਵ ਹੋ ਗਿਆ ਜੀ, ਜੀ, ਕਿਉਂਕਿ ਉਹਨੇ ਐਫੀਡੇਵਿਟ ਤੇ ਸਾਈਨ ਕਰਕੇ ਦੇਣੇ ਨੇ। ਬਿਲਕੁਲ ਬਿਲਕੁਲ, ਹਾਂਜੀ, ਠੀਕ ਹੈ ਜੀ। ਦੂਸਰੀ ਸ਼ਰਤ ਉਹਦੇ ਵਿੱਚ ਇਹ ਹੈਗੀ ਹੈ ਕਿ ਉਹ ਹਲਕੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਫਿਰ ਹਲਕੇ ਦੇ ਪ੍ਰਚਾਰਕ ਨੂੰ, ਅੱਛਾ, ਸਾਡੇ ਸਿੱਖਾਂ ਨੂੰ ਨਹੀਂ ਪਤਾ ਕਿ 170 ਅਸੀਂ ਹਲਕੇ ਦੇ ਮੈਂਬਰ ਨੇ ਹਾਂਜੀ, ਤੇ 170 ਹੀ ਹਲਕਿਆਂ ਵਿੱਚ ਪ੍ਰਚਾਰਕ ਨੇ ਧਰਮ ਪ੍ਰਚਾਰ ਨਿਮਿਤ, ਵਾਓ, ਜਿਹੜੇ ਕਿ ਕਦੇ ਕੱਖ ਨਹੀਂ ਕਰਦੇ ਸਿਵਾ ਝੋਲੀ ਚੁੱਕ ਕਰਨ ਤੋਂ ਔਰ ਉਹਦੇ ਘਰ ਦਾ ਪਾਣੀ ਭਰਨ ਤੋਂ ਐਸਜੀਪੀਸੀ ਦੇ ਮੈਂਬਰ ਦਾ। ਕਿਸੇ ਪਿੰਡ ਵਿੱਚ ਜਾ ਕੇ ਪ੍ਰਚਾਰ ਨਹੀਂ ਕਰਦੇ ਉਹ ਜੀ। ਤੇ ਵੀ ਪਿੰਡ ਵਾਲਿਆਂ ਨੂੰ ਪੁੱਛ ਲਓ ਜੀ, ਤੁਹਾਨੂੰ ਪਤਾ ਤੁਹਾਡੇ ਹਲਕੇ ਦਾ ਪ੍ਰਚਾਰ, ਕਿਸੇ ਨੂੰ ਪਤਾ ਨਹੀਂ ਹੈ ਜੀ, ਨਹੀਂ ਪਤਾ। ਫਿਰ ਉਹਨੂੰ ਪ੍ਰਚਾਰਕ ਨੂੰ ਮਾਰ ਕੀਤੀ ਜਾਂਦੀ ਹੈ ਕਿ ਬਈ ਤੂੰ ਦੇਖ ਕੇ ਆ ਜੇ ਇਹਨਾਂ ਨੇ ਹਲਫੀਆ ਬਿਆਨ ਦਿੱਤਾ ਸਹੀ ਹੈ ਕਿ ਨਹੀਂ ਹੈ। ਅੱਛਾ ਜੀ, ਉਹ ਤਸਦੀਕ ਕਰਦਾ ਹੈ ਕਿ ਹਾਂ ਜੀ, ਉਹ ਫਿਰ ਹਲਕੇ ਦੇ ਐਸਜੀਪੀਸੀ ਦੇ ਮੈਂਬਰ ਨੂੰ ਤਸਦੀਕ ਕਰਦਾ ਲਿਖਤ ਵਿੱਚ ਜੀ ਜੀ, ਕਿ ਜੀ ਮੈਂ ਇਨਕੁਆਇਰੀ ਕਰਕੇ ਆਇਆ, ਜੋ ਇਹਨਾਂ ਨੇ ਕਿਹਾ ਸਭ ਕੁਝ ਠੀਕ ਹੈ ਤੇ ਇਹਨਾਂ ਨੂੰ ਬੀੜ ਸਾਹਿਬ ਦੇ ਦਿੱਤੀ ਜਾਵੇ। ਅੱਛਾ ਜੀ, ਫਿਰ ਉਹ ਹਲਕੇ ਦਾ ਮੈਂਬਰ ਦੀ ਰეკਮੈਂਡੇਸ਼ਨ, ਹਲਕੇ ਦੇ ਪ੍ਰਚਾਰਕ ਦੀ ਰეკਮੈਂਡੇਸ਼ਨ ਨਾਲ ਉਹ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਕੋਲ ਜਾਂਦੀ ਹੈ। ਵਾਓ, ਐਡਾ ਵੱਡਾ ਪ੍ਰੋਸੈਸ ਹੈ। ਹਾਂਜੀ, ਹਾਂ, ਅਸੀਂ ਸਮਝੇ ਹੀ ਨਹੀਂ। ਪਰ ਈਸ਼ਰ ਸਿੰਘ ਨੇ ਇਹ ਸਾਰੇ ਪ੍ਰੋਸੈਸ ਨੂੰ ਆਪਣੀ ਕਮਿਸ਼ਨ ਦੀ ਰਿਪੋਰਟ ਵਿੱਚੋਂ ਮਾਈਨਸ ਕਰ ਦਿੱਤਾ। ਵਾਓ, ਮੂੰਹ ਜ਼ਬਾਨੀ ਸਾਰਾ ਕੁਝ ਕਹਿਤਾ। ਇੰਨੀ ਲੰਬੀ ਡਿਟੇਲ ਮੈਂ ਤਾਂ ਦੱਸ ਰਿਹਾ, ਹੁਣ ਮੈਂ ਦੱਸਾਂਗਾ ਕਿਵੇਂ। ਜੀ ਜੀ, ਹੁਣ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਸਾਰੀਆਂ ਚੀਜ਼ਾਂ ਦੀ ਤਸਦੀਕ ਕਰਨ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਨੂੰ ਰეკਮੈਂਡੇਸ਼ਨ ਕਰਦਾ। ਵਾਹ, ਫਿਰ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਰਾਹੀਂ ਉਹ ਐਪਲੀਕੇਸ਼ਨ ਫਿਰ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਾਂਦੀ ਹੈ। ਵਾਹ ਜੀ ਵਾਹ, ਫਿਰ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਅੱਗੇ ਪੁੱਟ ਕਰਦੇ ਨੇ ਤੇ ਪ੍ਰਧਾਨ ਸਾਹਿਬ ਰეკਮੈਂਡੇਸ਼ਨ ਕਰਦੇ ਨੇ ਕਿ ਇਹ ਬੀੜ ਇਸ ਪ੍ਰਬੰਧਕ ਕਮੇਟੀ ਨੂੰ ਮੁਫਤ ਦਿੱਤੀ ਜਾਏ ਕਿ ਭੇਟਾ ਲੈ ਕੇ ਦਿੱਤੀ ਜਾਏ। ਵਾਹ ਜੀ ਵਾਹ ਜੀ, ਇਹ ਅਧਿਕਾਰ ਪ੍ਰਧਾਨ ਕੋਲ ਆ, ਸਕੱਤਰ ਕੋਲ ਵੀ ਨਹੀਂ ਹੈ। ਓਕੇ, ਹੁਣ ਇਸ ਇੱਕ ਦੇਖੋ, ਮਿੰਟ ਇੱਥੇ ਰੁਕਿਓ, ਹੁਣ ਇੱਥੇ ਰੁਕਿਓ ਜੀ। ਆ ਤੁਸੀਂ ਪ੍ਰੋਸੈਸ ਦੱਸਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਉਥੋਂ ਪ੍ਰਾਪਤ ਕਰਨ ਦਾ। ਹਾਂਜੀ, ਸਰੂਪ ਗੁੰਮ ਹੁੰਦੇ ਨੇ 267, 328। ਅਤਿੰਦਰਪਾਲ ਸਿੰਘ ਹੁਣੀ ਕਹਿੰਦੇ ਨੋ, ਇਹ 3300 ਸਰੂਪ ਨੇ। 3300 ਸਰੂਪ ਜਿਹੜੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਭਵਨ ਗੁਰਦੁਆਰਾ ਰਾਮਦਾਸ ਉਸ ਸਥਾਨ ਦੇ ਵਿੱਚ ਨਹੀਂ ਕਿ ਇਹਨਾਂ ਸਾਰਿਆਂ ਲਈ ਇਹੀ ਪ੍ਰੋਸੈਸ ਯੂਜ਼ ਕੀਤਾ ਗਿਆ, ਜਾਂ ਫਿਰ ਇੱਥੇ ਆ ਕੇ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਜੀ, ਗਏ ਬਿਲਕੁਲ। ਤਾਂ ਗਏ ਕਿੱਥੇ, ਅਸਮਾਨ ਚੁੱਟ ਗਏ, ਜਾਂ ਫਿਰ ਉਹਨਾਂ ਡੇਰਿਆਂ ਦੇ ਵਿੱਚ ਪਹੁੰਚ ਗਏ ਜਿੱਥੇ ਸਿੱਖੀ ਨੂੰ ਖਤਮ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ, ਜਾਂ ਫਿਰ ਸਰਸੇ ਦੇ ਲਾਗੇ ਪਹੁੰਚੇ ਜਿਨ੍ਹਾਂ ਨੂੰ 92 ਲੱਖ ਰੁਪਇਆ ਲਾ ਕੇ 3 ਹੁਕਮਨਾਮੇ ਜਾਰੀ ਕਰਕੇ ਪੰਥ ਚੋਂ ਕੱਢਣਾ, ਪਾਉਣਾ ਤੇ ਫਿਰ ਕੱਢਣਾ, ਇਹ ਸਾਰੇ ਡਰਾਮੇ ਹੁੰਦੇ ਰਹੇ।
ਇਹ ਗਏ ਤਾਂ ਗਏ ਕਿੱਥੇ? ਇਹ ਬਹੁਤ ਵਧੀਆ ਪ੍ਰੋਸੈਸ ਤੁਸੀਂ ਦੱਸਿਆ, ਜ਼ਿਕਰ ਕੀਤਾ ਹੈ। ਤੁਸੀਂ ਜ਼ਿਕਰ ਕਰ ਰਹੇ ਸੋ ਕਿ ਕਿਵੇਂ ਇਹ ਬੀੜਾਂ ਮਿਲਦੀਆਂ ਨੇ। ਕੀ ਡਾਕਟਰ ਈਸ਼ਰ ਸਿੰਘ ਉਹਨਾਂ ਦੇ ਕਮਿਸ਼ਨ ਨੇ ਆ ਜਿਹੜੇ ਪ੍ਰੋਸੈਸ ਵਾਲੇ ਵਿਅਕਤੀ ਨੇ ਉਹਨਾਂ ਨੂੰ ਦੋਸ਼ੀ ਨਾਲ ਠਹਿਰਾਇਆ ਕਿ ਮੁਲਾਜ਼ਮ ਟੰਗ ਤੇ? ਰਿਪੋਰਟ ਤੁਹਾਡੇ ਕੋਲ ਹੈ? ਇਹ ਸਾਰੇ ਹੀ ਉਹਨੇ ਸਾਈਟ ਤੇ ਕੱਢ ਦਿੱਤੇ। ਓਕੇ, ਮੈਂ ਇਸੇ ਲਈ ਕਹਿ ਰਿਹਾ ਕਿ ਈਸ਼ਰ ਸਿੰਘ ਦਾ ਕਮਿਸ਼ਨ ਸਾਰੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰਕੇ ਜੀ ਸਿਰਫ ਉਹਨਾਂ ਤੇ ਜ਼ੋਰ ਪਾ ਕੇ ਗਲਤ ਕੰਮ ਕਰਵਾਇਆ ਗਿਆ ਉਹਨਾਂ ਨੂੰ ਦੋਸ਼ੀ ਗਰਦਾਨ ਰਿਹਾ। ਵਾਹ ਜੀ ਵਾਹ, ਧੰਨ ਸਿੱਖੀ। ਦੋ ਚੀਜ਼ਾਂ ਹੋਰ ਇੰਪੋਰਟੈਂਟ ਜੀ। ਹਾਂਜੀ, ਜਦ ਤੱਕ ਪ੍ਰੋਸੈਸ ਨਹੀਂ ਸਮਝਾਂਗੇ ਉਦੋਂ ਤੱਕ ਅਸੀਂ ਇਹ ਵੀ ਨਹੀਂ ਸਮਝਾਂਗੇ ਕਿ ਈਸ਼ਰ ਸਿੰਘ ਦੀ ਕਾਰਵਾਈ ਵਿਧਾਨਿਕ ਹੈ ਕਿ ਉਹ ਵੀ ਗੈਰ ਵਿਧਾਨਿਕ ਹੈ ਜੀ। ਓਕੇ, ਮਰਿਆਦਾ ਅਧੀਨ ਹੋਈ ਹੈ ਕਿ ਮਰਿਆਦਾ ਨੂੰ ਤੋੜਨ ਵਾਸਤੇ ਕੀਤੀ ਗਈ ਹੈ, ਉਦੋਂ ਤੱਕ ਅਸੀਂ ਬਿਲਕੁਲ ਨਹੀਂ ਪਤਾ ਲੱਗੇ। ਹਾਂਜੀ, ਹੁਣ ਪ੍ਰਧਾਨ ਸਾਹਿਬ ਰეკਮੈਂਡੇਸ਼ਨ ਕਰ ਦਿੰਦੇ ਨੇ ਚਿੱਠੀ ਚ ਕਿ ਬਈ ਭੀੜ ਦੇ ਦਿੱਤੀ ਜਾਏ, ਉਹ ਮੁਫਤ ਜਾਂ ਭੇਟਾ ਲੈ ਕੇ ਉਹ ਵੱਖਰੀ ਗੱਲ ਹੈ ਜੀ ਜੀ। ਹੁਣ ਜਿਨ੍ਹਾਂ ਨੇ ਭੀੜ ਲੈਣੀ ਹੈ ਅਗਲਾ ਕਲਾਸ 2 ਦਰਜ ਹੈ ਜੀ ਜੀ, ਕਿ ਘੱਟੋ-ਘੱਟ 7 ਅੰਮ੍ਰਿਤਧਾਰੀ ਸਿੰਘ ਆਣੇ ਚਾਹੀਦੇ ਨੇ। 7 7 ਉਹਨਾਂ ਕੋਲ ਪਾਲਕੀ ਸਾਹਿਬ ਹੋਣੀ ਚਾਹੀਦੀ ਹੈ, ਚੋਰ ਸਾਹਿਬ ਹੋਣੀ ਚਾਹੀਦੀ ਹੈ, ਰੁਮਾਲੇ ਸਾਹਿਬ ਹੋਣੇ ਚਾਹੀਦੇ ਨੇ। ਉਹਨਾਂ ਦੀ ਗੱਡੀ ਬਿਲਕੁਲ ਸਾਫ਼ ਕਰਵਾ ਕੇ ਧੁਆ ਕੇ ਨਵੇਂ ਤਰੀਕੇ ਨਾਲ ਆਣ। ਜਿਸ ਕਲਰਕ ਨੇ ਭੀੜ ਸਾਹਿਬ ਦੇਣੀ ਹੈ ਜਾਂ ਜਿਹੜਾ ਸੈਕਟਰੀ ਹੈ, ਮੀਤ ਸੈਕਟਰੀ ਹੈ ਜਾਂ ਕਲਰਕ ਹੈ, ਉਹ ਇਹਨਾਂ 7 ਬੰਦਿਆਂ ਦੇ ਰਜਿਸਟਰ ਵਿੱਚ ਨਾਂ ਲਿਖੇਗਾ, ਆਈਡੀ ਦਰਜ ਕਰੇਗਾ। ਵਾਹ ਜੀ ਵਾਹ, ਠੀਕ ਹੈ ਜੀ। ਗੱਡੀ ਦਾ ਨੰਬਰ ਲਿਖੇਗਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਗੁਰਦੁਆਰਾ ਰਾਮਸਰ ਸਾਹਿਬ ਦੇ 3ਜੀ ਮੰਜ਼ਲ ਤੇ ਜਾਣ ਦੀ ਪਰਮਿਸ਼ਨ ਦਾ ਪਾਸ ਬਣਾ ਕੇ ਦੇਗਾ। ਵਾਹ ਬਾਤ ਹੈ, ਵਾਹ, ਇਹ ਪ੍ਰੋਸੈਸ ਹੈ ਜੀ। ਗੁਰਦੁਆਰਾ ਰਾਮਸਰ ਸਾਹਿਬ ਤੇ ਸੰਗਤ ਮੱਥਾ ਟੇਕਣ ਜਾ ਸਕਦੀ ਹੈ ਜੀ। ਉਹਦੀ 3ਜੀ ਮੰਜ਼ਲ ਤੇ ਬਿਨਾਂ ਪਾਸ ਤੋਂ ਕੋਈ ਵੀ ਨਹੀਂ ਜਾ ਸਕਦਾ। ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਾਂਜੀ, ਪ੍ਰਬੰਧਕ ਕਮੇਟੀ ਦਾ ਕੋਈ ਅਧਿਕਾਰੀ ਵੀ ਨਹੀਂ ਜਾ ਸਕਦਾ ਜਦ ਤੱਕ ਉਹ ਰਜਿਸਟਰ ਵਿੱਚ ਦਰਜ ਕਰਕੇ ਨਾ ਜਾਏ ਕਿ ਮੈਂ ਕਿਉਂ ਜਾ ਰਿਹਾ। ਵਾਹ, ਇੰਨਾ ਮਤਲਬ ਸਖਤ ਪੈਟਰਨ ਬਣਾਇਆ ਗਿਆ ਜੀ। ਉੱਥੇ ਸੀਸੀਟੀਵੀ ਕੈਮਰੇ ਲੱਗੇ ਨੇ। ਫਿਰ ਜਿਸ ਵੇਲੇ ਭੀੜ ਸਾਹਿਬ ਦੇਣੀ ਹੈ, ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਜਿਹੜੇ ਵੀ ਉੱਥੇ ਨੇ ਉਸ ਵੇਲੇ ਜੀ, ਉਹ ਆਣਗੇ, ਉਹਨਾਂ ਬੰਦਿਆਂ ਦੀ ਸ਼ਨਾਖਤ ਕਰਨਗੇ, ਆਈ ਕਾਰਡ ਨਾਲ ਮਿਲਾਣਗੇ, ਬਈ ਜਿਨ੍ਹਾਂ ਨੂੰ ਪਰਮਿਸ਼ਨ ਦਿੱਤੀ ਹੋਈ ਆ ਇਹਦੇ ਲੈਣ ਜੀ, ਉਹੀ ਬੰਦੇ ਨੇ। ਹਾਂਜੀ ਹਾਂਜੀ, ਉਹ ਦੇਖਣ ਤੋਂ ਬਾਅਦ ਫਿਰ ਉੱਥੇ ਰਜਿਸਟਰ ਤੇ ਸਾਈਨ ਕਰਾਣਗੇ, ਆਪਣੇ ਰਜਿਸਟਰ ਤੇ। ਹਾਂਜੀ, ਕਲਰਕ ਦਾ ਰਜਿਸਟਰ ਸੈਪਰੇਟ ਹੈ, ਹੈੱਡ ਗ੍ਰੰਥੀ ਸਾਹਿਬ ਦਾ ਰਜਿਸਟਰ ਸੈਪਰੇਟ ਹੈ। ਵਾਹ ਜੀ ਵਾਹ। ਉੱਥੇ ਸਾਈਨ ਕਰਾਉਣ ਤੋਂ ਬਾਅਦ ਉਹ ਸਾਰਿਆਂ ਨੂੰ ਖੜਾ ਕਰਕੇ ਅਰਦਾਸ ਕਰਨਗੇ। ਭੀੜ ਸਾਹਿਬ ਦੇਣ ਤੋਂ ਪਹਿਲਾਂ ਭੀੜ ਸਾਹਿਬ ਦੇ ਦਰਸ਼ਨ ਕਰਾਣਗੇ। ਅੱਛਾ, ਕਿ ਭਈ ਆਹ ਦੇਖੋ ਬਿਲਕੁਲ ਠੀਕ ਤੇ ਸੰਪੂਰਨ ਭੀੜ ਆਪ ਜੀ ਨੂੰ ਦਿੱਤੀ ਜਾ ਰਹੀ ਹੈ। ਵਾਹ। ਉਸ ਤੇ ਫਿਰ ਪਾਵਤੀ ਦੇ ਉਹ ਸਾਈਨ ਕਰਨਗੇ 7 ਬੰਦੇ। ਵਾਹ ਜੀ ਵਾਹ, ਵੀ ਅਸੀਂ ਰਿਸੀਵ ਕੀਤੀ ਹੈ, ਰਿਸੀਵ ਕੀਤੀ ਹੈ। ਔਰ ਉਸ ਭੀੜ ਸਾਹਿਬ ਦਾ ਲੜੀ ਨੰਬਰ ਲਿਖਿਆ ਜਾਏਗਾ ਰਜਿਸਟਰ ਵਿੱਚ। ਓਕੇ, ਵੀ ਇਹ ਲੜੀ ਨੰਬਰ ਦੀ ਐਨੀ ਮਿਤੀ ਨੂੰ ਇਹ ਗੁਰਦੁਆਰਾ ਸਾਹਿਬ ਲਈ ਇਹਨਾਂ 7 ਬੰਦਿਆਂ ਨੇ ਇਹ ਫਲਾਣੇ ਫਲਾਣੇ ਮੈਂਬਰ ਦੀ, SGPC ਦੇ ਮੈਂਬਰ ਦੀ, ਉਸ ਤੋਂ ਬਾਅਦ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਦੀ, ਹਲਕਾ ਪ੍ਰਚਾਰਕ ਦੀ ਸਿਫਾਰਿਸ਼ ਤੇ ਇਹ ਭੀੜ ਦਿੱਤੀ ਗਈ ਹੈ। ਵਾਹ ਜੀ ਵਾਹ। ਨਾਂ ਦਰਜ ਹੋ ਗਏ ਜੀ ਸਾਰਿਆਂ ਦੇ। ਫਿਰ ਭੀੜ ਦਿੱਤੀ ਜਾਂਦੀ ਹੈ ਤੇ ਉਹ ਲੈ ਕੇ ਜਾਂਦੇ ਨੇ। ਹਾਂਜੀ, ਉਸ ਤੋਂ ਬਾਅਦ ਦਾ ਫਿਰ ਪ੍ਰੋਸੀਜਰ ਹੈਗਾ ਕਿ ਹਲਕਾ ਪ੍ਰਚਾਰਕ ਜਾ ਕੇ ਤਸਦੀਕ ਕਰੇਗਾ ਕਿ ਭੀੜ ਸਾਹਿਬ ਸੁਸ਼ੋਭਿਤ ਹੋ ਗਈ ਕਿ ਨਹੀਂ ਹੋਈ। ਵਾਹ ਜੀ ਵਾਹ। ਅਜੇ ਪਹੁੰਚਣ ਤੋਂ ਬਾਅਦ ਵੀ ਫਿਰ ਤਸਦੀਕ ਹੋਏਗੀ। ਪਹੁੰਚਣ ਤੋਂ ਬਾਅਦ ਦੀ ਵੀ ਤਸਦੀਕ ਹੈਗੀ ਹੈ ਜੀ। ਜੀ। ਹੁਣ ਇਹ ਸਾਰੇ ਪ੍ਰੋਸੀਜਰ ਦੀ ਸਰਦਾਰ ਈਸ਼ਰ ਸਿੰਘ ਜੀ ਨੇ ਕਤਲ ਕਰ ਦਿੱਤਾ ਜੀ।
ਵਾਹ ਜੀ ਵਾਹ, ਇਹਨੂੰ ਬਾਹਰ ਹੀ ਕੱਢਤਾ ਕਮਿਸ਼ਨ ਸਿਸਟਮ ਚੋਂ। ਇਸ ਪ੍ਰੋਸੀਜਰ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਜੀ। ਓਕੇ, ਜ਼ਿਕਰ ਕਿਉਂ ਨਹੀਂ ਕੀਤਾ ਗਿਆ? ਹੂੰ, ਹੁਣ ਮੁੱਦਾ ਹੈਗਾ ਜ਼ਿਕਰ ਕਿਉਂ ਨਹੀਂ ਕੀਤਾ ਮੈਂ ਗਿਆ। ਉਹੀ ਸਵਾਲ ਮੈਂ ਤੁਹਾਨੂੰ ਪੁੱਛਣ ਹੀ ਲੱਗਾ ਸੀ ਕਿ ਡਾਕਟਰ ਈਸ਼ਰ ਸਿੰਘ ਹੀ ਕਿਉਂ? ਪਤਾ ਲੱਗਾ ਸੀ ਕਿ ਡਾਕਟਰ ਈਸ਼ਰ ਸਿੰਘ ਕਾਰਜਕਾਰੀ ਜਥੇਦਾਰ ਦੇ ਨਜ਼ਦੀਕੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੜੇ ਨਜ਼ਦੀਕੀਆਂ ਦੇ ਵਿੱਚੋਂ ਸਨ। ਜਸਟਿਸ ਬੈਂਸ ਦਾ ਬੇਟਾ ਰਾਜਵਿੰਦਰ ਸਿੰਘ ਬੈਂਸ, ਹੋਰ ਪਤਾ ਨਹੀਂ ਕਿੰਨੇ ਕੁ ਵਕੀਲ ਨੇ ਜਿਹੜੇ ਹਾਈ ਕੋਰਟ ਦੇ ਵਿੱਚ ਬੈਠੇ ਆ, ਚੰਡੀਗੜ੍ਹ ਦੇ ਵਿੱਚ ਬੈਠੇ ਆ। ਬਹੁਤ ਆਲਾ ਤੇ ਕਾਬਲ ਵਕੀਲ ਨੇ ਜਿਹੜੇ ਇੱਕ ਇੱਕ ਚੀਜ਼ ਦੀ ਪੂਰੀ ਛਾਣਬੀਣ ਕਰ ਸਕਦੇ ਸਨ। ਤੇ ਹੋ ਸਕਦਾ ਇਸੇ ਕਰਕੇ ਮਾਲਕਾਂ ਨੇ ਉਸ ਵਕੀਲ ਨੂੰ ਬਿਠਾਇਆ ਹੋਵੇ ਵੀ ਬੇਟਾ ਬਾਕੀ ਜੋ ਮਰਜ਼ੀ ਕਰ ਲਈ, ਆ ਬੰਦੇ ਨੇ ਜਿਹੜੇ ਇਹਨਾਂ ਨੂੰ ਆਂਚ ਨਹੀਂ ਆਉਣੀ ਚਾਹੀਦੀ। ਮੁਲਾਜ਼ਮ ਜਿੰਨੇ ਮਰਜ਼ੀ ਟੰਗਦੇ, ਕੋਈ ਪਰਵਾਹ ਨਹੀਂ। ਤੇ ਅੱਜ ਹੁਣੇ ਖਬਰ ਆਈ ਸੀ ਕੁਝ ਚਿਰ ਪਹਿਲਾਂ ਕਿ ਜਿਹੜੇ ਦੋਸ਼ੀ ਗਰਦਾਨੇ ਗਏ ਸੀ ਅਕਾਲ ਤਖਤ ਸਾਹਿਬ ਵੱਲੋਂ, ਵਾਹ, ਇੱਕ ਵਿਅਕਤੀ ਕਤਲ ਹੁੰਦਾ ਤੇ ਉੱਤੇ ਧਾਰਾ 302 ਲੱਗ ਕੇ ਉਮਰ ਭਰ ਲਈ ਕੈਦ। 3300 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਗੁੰਮ ਨੇ। ਕਤਲ ਦਾ ਮੁਕੱਦਮਾ ਦਾ ਕੀ FIR ਤੱਕ ਨਹੀਂ ਦਰਜ ਕਰਾਈ ਉਹਨਾਂ ਦੇ ਉੱਤੇ, ਤੇ ਉਹਨਾਂ ਨੂੰ ਕਹਿੰਦੇ ਭਾਂਡੇ ਮਾਂਜਿਆਓ, ਪ੍ਰਕਰਮਾਂ ਦਾ ਗੇੜਾ ਕੱਢਿਆਓ, ਬਾਅਦ ਦੇ ਵਿੱਚ ਤੁਹਾਡੇ ਲਈ ਦੇਸੀ ਘਿਓ ਦਾ ਪ੍ਰਸ਼ਾਦਾ ਤੇ ਲੰਗਰ ਅਲੱਗ ਪਾਸੇ ਤਿਆਰ ਹੈ, ਛਕ ਕੇ ਚਲੇ ਜਿਓ। ਮੈਨੂੰ ਪਤਾ ਲੱਗਾ ਸਰਦਾਰ ਰਤਿੰਦਰਪਾਲ ਸਿੰਘ ਜੀ ਕਿ ਇਹਨਾਂ ਦੀ ਆ ਜਿਹੜੀ ਸੇਵਾ ਲਾਈ ਸੀ ਪੂਰੀ ਹੋ ਗਈ ਹੈ। ਸਜ਼ਾ ਕੌਣ ਲਾਊਗਾ ਤੇ ਕਦੋਂ ਲੱਗੇਗੀ ਜੀ? ਵੀਰ ਜੀ ਇਸ ਤੇ ਥੋੜੀ ਦੇਰ ਬਾਅਦ ਆਉਣਾ, ਪਹਿਲਾਂ ਪਹਿਲੀ ਗੱਲ ਕੰਪਲੀਟ ਕਰਨਾ, ਮੈਂ ਇਹਦਾ ਵੀ ਜਵਾਬ ਦਾਂਗਾ ਜੀ। ਹੁਣ ਈਸ਼ਰ ਸਿੰਘ ਜੀ ਦੇ ਸੰਬੰਧ ਵਿੱਚ ਤੁਸੀਂ ਕਿਹਾ, ਹਾਂਜੀ, ਹੁਣ ਡਾਕਟਰ ਈਸ਼ਰ ਸਿੰਘ ਕੀ ਵਿਅਕਤੀ ਹੈ? ਜੀ, ਮੈਂ ਇੱਕ ਐਗਜ਼ਾਮਪਲ ਦੇ ਦਿੰਦਾ, ਪੰਥ ਨੂੰ ਹਰ ਚੀਜ਼ ਸਪਸ਼ਟ ਹੋ ਜਾਏਗੀ। ਜੀ। ਪੰਥਕ ਅਸੈਂਬਲੀ ਥੋੜਾ 2 ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਸੱਦੀ ਗਈ ਸੀ, ਯਾਦ ਆ ਜੀ ਮੈਨੂੰ, ਹੋਰ ਸਾਹਿਬ ਜੀ ਨੇ ਤੇ ਸੁਖਦੇਵ ਸਿੰਘ ਪੌਰ, ਹਾਂਜੀ, ਠੀਕ ਆ ਨਾ ਜੀ। ਜੀ। ਉਸ ਪੰਥਕ ਅਸੈਂਬਲੀ ਚ ਅੰਮ੍ਰਿਤਸਰ ਵਾਲੀ ਚ ਡਾਕਟਰ ਈਸ਼ਰ ਸਿੰਘ ਜੀ, ਐਡਵੋਕੇਟ ਜਸਵਿੰਦਰ ਸਿੰਘ SGPC ਦੇ ਮੈਂਬਰ ਦੀ ਅਕਾਲ ਪੁਰਖ ਦੀ ਫੌਜ ਦਾ ਪ੍ਰਵਕਤਾ ਬਣ ਕੇ ਸ਼ਾਮਲ ਹੁੰਦਾ। ਵਾਹ ਜੀ ਵਾਹ, ਅੱਛਾ। ਅਸੀਂ ਬੜੀ ਛੇਤੀ ਗੱਲਾਂ ਭੁੱਲ ਜਾਂਦੇ ਆ। ਨਹੀਂ ਜੀ, ਪਰ ਮੈਂ ਨਹੀਂ ਭੁੱਲਦਾ ਜੀ, ਹਾਂਜੀ, ਕਿਉਂਕਿ ਮੇਰਾ ਜੀਵਨ ਪੰਥ ਵਾਸਤੇ ਆ। ਹਾਂਜੀ, ਉਸ ਵਿੱਚ ਇਹ ਭਾਸ਼ਣ ਕੀ ਦਿੰਦਾ, ਹੁਣ ਸਮਝਿਆ ਜੇ ਗੱਲ। ਜੀ, ਜੀ। ਐਡਵੋਕੇਟ ਜਸਵਿੰਦਰ ਸਿੰਘ ਦੀ ਸੰਸਥਾ ਅਕਾਲ ਪੁਰਖ ਦੀ ਫੌਜ, ਉਹਦਾ ਪ੍ਰਵਕਤਾ ਬਣ ਕੇ ਇਹ ਉਸ ਦੀ ਸ਼ਾਮਲ ਹੁੰਦਾ ਜੀ। ਉੱਥੇ ਭਾਸ਼ਣ ਦਿੰਦਾ ਕਿ ਜਿਹੜੇ ਜਥੇਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਵਿੱਚੋਂ ਨਿਕਲ ਕੇ ਆਉਂਦੇ ਨੇ ਜੀ, ਉਹਨਾਂ ਨੂੰ ਰੱਦ ਕਰਦੇ ਆ। ਅਸੀਂ ਅਜੇ ਜਥੇਦਾਰਾਂ ਨੂੰ ਬਿਲਕੁਲ ਮਾਨਤਾ ਨਹੀਂ ਦਿੰਦੇ। ਇਹ ਪੁਜਾਰੀ ਸਿਸਟਮ ਬੰਦ ਹੋਣਾ ਚਾਹੀਦਾ। ਵਾਹ ਜੀ ਵਾਹ, ਠੀਕ ਆ ਜੀ। ਉਹੀ ਡਾਕਟਰ ਈਸ਼ਰ ਸਿੰਘ ਜਥੇਦਾਰ ਵੱਲੋਂ ਵੀ ਨਹੀਂ, ਕਾਰਜਕਾਰੀ ਜਥੇ, ਗੈਰ ਵਿਧਾਨਿਕ ਜਥੇਦਾਰ ਮੈਂ ਤਾਂ ਕਹਿੰਦਾ। ਹਾਂਜੀ, ਕਾਰਜਕਾਰੀ ਮੀਨ ਗੈਰ ਵਿਧਾਨਿਕ, ਕਿਉਂਕਿ ਕੋਈ ਪੋਸਟ ਹੀ ਨਹੀਂ, ਕਾਰਜਕਾਰੀ ਜਥੇਦਾਰ ਦੀ ਕੋਈ ਪੋਸਟ ਨਹੀਂ ਹੈ, ਕੋਈ ਪੋਸਟ ਨਹੀਂ ਹੈ। ਓਕੇ, ਠੀਕ ਹੈ ਜੀ। ਨਾ ਸਿੱਖ ਰਾਜ ਮਰਿਆਦਾ ਵਿੱਚ ਹੈ, ਹਾਂ, ਨਾ ਹੀ ਗੁਰਦੁਆਰਾ ਐਕਟ 1925 ਚ ਹੈ। ਮੈਂ ਆਨਲਾਈਨ ਇਹਨਾਂ ਨੂੰ ਚੈਲੰਜ ਕਈ ਵਾਰੀ ਕਰ ਚੁੱਕਾ ਕਿ ਮੈਂ ਤੁਹਾਨੂੰ ਕਹਿੰਦਾ ਤੁਸੀਂ ਗੈਰ ਵਿਧਾਨਕ ਜਥੇਦਾਰ ਹੋ, ਕਾਰਜਕਾਰੀ ਜਥੇਦਾਰ ਹੋ, ਗੈਰ ਵਿਧਾਨਕ। ਜੇ ਮੈਂ ਗਲਤ ਕਹਿ ਰਿਹਾ ਤਾਂ ਤੁਸੀਂ ਮੇਰੇ ਤੇ ਮੁਕੱਦਮਾ ਠੋਕੋ ਜੀ। ਵਾਹ। ਰਤਿੰਦਰਪਾਲ ਸਿੰਘ ਜੀ, ਇੱਕ ਹੋਰ ਸਵਾਲ ਆਉਂਦਾ ਕਿ ਇਸ ਵਕਤ ਅਕਾਲ ਤਖਤ ਦਾ ਜਥੇਦਾਰ ਕੌਣ ਆ? ਹਵਾਰਾ ਜਾਂ ਧਿਆਨ ਸਿੰਘ ਮੰਡ ਜਾਂ ਗਿਆਨੀ ਹਰਪ੍ਰੀਤ ਸਿੰਘ? ਤਿੰਨਾਂ ਚੋਂ ਕਿਹੜਾ ਹੈ? ਇਹਨਾਂ ਤਿੰਨਾਂ ਚੋਂ ਕਿਹੜਾ ਜਥੇਦਾਰ ਹੈ ਇਸ ਵਕਤ? ਬੜਾ ਵੱਡਾ ਸਵਾਲ ਪੈਦਾ ਹੁੰਦਾ, ਕਿਉਂਕਿ ਜਿਹੜਾ ਸ਼ਰਬਤ ਖਾਲਸਾ ਹੋਇਆ ਸੀ ਪਿੱਛੇ, ਸਰਬੱਤ ਖਾਲਸਾ ਵੀ ਕਹਿੰਦੇ ਆ ਕਈ, ਉਹਦੇ ਵਿੱਚ ਜਥੇਦਾਰ ਹਵਾਰਾ ਜੀ ਨੂੰ ਬਣਾਇਆ ਗਿਆ ਸੀ ਤੇ ਧਿਆਨ ਸਿੰਘ ਮੰਡ ਨੂੰ ਉਹੀ ਕਾਰਜਕਾਰੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹਦੀ ਪੋਸਟ ਹੀ ਕੋਈ ਨਹੀਂ ਹੈਗੀ। ਇਧਰਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਲਵੰਡੀ ਸਾਬੋ ਦੇ ਜਥੇਦਾਰ ਨੂੰ ਕਾਰਜਕਾਰੀ ਜਥੇਦਾਰ ਅਕਾਲ ਤਖਤ ਬਣਾਇਆ ਗਿਆ।
ਇਹ ਥੋੜ੍ਹਾ ਜਿਹਾ ਨਾਲ ਹੀ ਕਲੀਅਰ ਕਰੀ ਚੱਲੋ। ਬਾਕੀ ਦਰਸ਼ਕਾਂ ਦੀ ਜਾਣਕਾਰੀ ਲਈ ਮੈਂ ਦੱਸਦੇ ਹਾਂ, ਇਹ ਚੈਲੰਜ ਕਿਉਂ ਕਰ ਰਹੇ ਨੇ ਸਰਦਾਰ ਅਤਿੰਦਰਪਾਲ ਸਿੰਘ। ਅਤਿੰਦਰਪਾਲ ਸਿੰਘ ਉਹਨਾਂ ਨੇ ਪੂਰਾ ਕਾਨੂੰਨ ਪੜ੍ਹਿਆ ਹੋਇਆ ਹੈ ਜੀ। ਇੱਕ ਵਕੀਲ ਨੇ, ਮੇਰਾ ਖਿਆਲ ਹੈ ਜਦੋਂ 1999 ਦੇ ਵਿੱਚ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਗਏ ਸਨ ਤੇ ਸਭ ਤੋਂ ਵੱਧ ਪੜ੍ਹੇ ਲਿਖੇ ਸਰਦਾਰ ਅਤਿੰਦਰਪਾਲ ਸਿੰਘ ਹੀ ਸਨ, ਸਿਆਣੇ ਸਨ, ਜਿਨ੍ਹਾਂ ਨੇ ਸਭ ਤੋਂ ਵੱਧ ਜਿਹੜੀਆਂ ਪਾਰਲੀਮੈਂਟ ਦੇ ਵਿੱਚ ਜਾ ਕੇ ਇਹਨਾਂ ਨੇ ਕਿਰਪਾਨ ਨਹੀਂ ਸੀ ਮੁੱਦਾ ਰੱਖਿਆ ਕਿ ਕਿਰਪਾਨ ਆ ਖੜੀ ਹੈ ਸਾਡੀ ਤੇ ਕਿਰਪਾਨ ਨੂੰ ਅੱਗੇ ਲੰਘਣ ਦਿਓਗੇ, ਉਹ ਮੁੱਦਾ ਲੱਗ ਗਿਆ, ਉਹਦੀ ਗੱਲ ਬਾਅਦ 'ਚ ਕਿਸੇ ਵੇਲੇ ਕਰਾਂਗੇ। ਪਰ ਯੈਸ, ਇਹਨਾਂ ਨੇ ਬਕਾਇਦਾ ਵਕਾਲਤ ਪੜ੍ਹੀ ਹੋਈ ਹੈ ਔਰ ਇੱਕ ਇੱਕ ਕਾਨੂੰਨ ਦਾ ਇਹਨਾਂ ਨੂੰ ਪਤਾ ਹੈ, ਜਿਹਦੇ ਕਰਕੇ ਕਹਿ ਰਹੇ ਨੇ। ਹਾਂਜੀ, 3 ਜਥੇਦਾਰਾਂ ਤੋਂ ਜਥੇਦਾਰ ਕੌਣ ਹੈ, ਤੇ ਫਿਰ ਅੱਗੇ ਚੱਲੀਏ ਡਾਕਟਰ ਈਸ਼ਰ ਸਿੰਘ ਦੇ ਉੱਤੇ ਜਿੱਥੇ ਗੱਲ ਕਰ ਰਹੇ ਸੀ ਤੁਸੀਂ ਜੀ। ਵੀਰ ਜੀ, ਪਹਿਲੀ ਗੱਲ ਆ, ਮੈਂ ਜਦੋਂ ਪਾਰਲੀਮੈਂਟ ਵਿੱਚ ਗਿਆ, ਸਿੱਖਾਂ 'ਚ ਭੁਲੇਖੇ ਬੜੇ ਯਕਦਮ ਉੱਠ ਜਾਂਦੇ ਨੇ। ਹਾਂਜੀ, ਉਦੋਂ ਕਿਰਪਾਨ ਪਾ ਕੇ ਹੀ ਗਿਆ ਸੀ ਜੀ। ਅੱਛਾ, ਕਿਰਪਾਨ ਗਿਆ। ਓਕੇ, ਚਲੋ ਇਹ ਵਿਸ਼ਾ ਲੱਗ ਹੈ, ਇਹ ਫਿਰ ਸਮਾਂ ਜ਼ਿਆਦਾ ਲੱਗ ਜਾਣਾ ਆਪਾਂ ਨੂੰ। ਉਂਝ ਜਾਣਕਾਰੀ ਲਈ ਦਿੱਤਾ ਮੈਂ। ਓਕੇ, ਹਾਂਜੀ। ਬੇਸਿਕ ਗੱਲ ਵੀਰ ਜੀ ਇਹ ਹੈਗੀ ਆ ਕਿ ਨਾ ਤਾਂ ਜਥੇਦਾਰ ਹਵਾਰਾ ਜਥੇਦਾਰ ਜੇ, ਓਕੇ, ਪੰਥ ਕੀ ਕਹਿੰਦਾ ਜੀ, ਮੁੱਦਾ ਇਹ ਆਪਾਂ ਨੂੰ ਦੇਖਣਾ ਪੈਣਾ ਹੈ। ਜੀ, ਜਥੇਦਾਰੀ ਦੀ ਕੋਈ ਪੋਸਟ ਪੰਥ ਵਿੱਚ ਕਦੇ ਵੀ ਨਹੀਂ ਰਹੀ ਪਰਮਾਨੈਂਟ। ਓਕੇ, ਸਾਨੂੰ ਇਹ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਜੀ, ਜੀ, ਬੜੀ ਅਜੀਬ ਜਿਹੀ ਗੱਲ ਆ, ਅੱਜ ਤੁਸੀਂ ਇਹ ਗੱਲ ਕਹੀ ਹੈ ਤੇ ਮੇਰੇ ਮਾਈਂਡ ਵਿੱਚੋਂ ਬਾਹਰ ਆਈ ਹੈ। ਸਿੱਖਾਂ ਨੇ ਕਦੇ ਵੀ ਇਸ ਚੀਜ਼ ਨੂੰ ਨਹੀਂ ਸੋਚਿਆ ਕਿ 6ਵੀਂ ਪਾਤਸ਼ਾਹੀ ਤੱਕ, ਜੀ, ਉਸ ਤੋਂ ਬਾਅਦ ਵੀ 10ਵੀਂ ਪਾਤਸ਼ਾਹੀ ਤੱਕ ਵੀ, ਜੀ, ਕਿਸੇ ਵੀ ਗੁਰੂ ਸਾਹਿਬਾਨ ਨੇ ਸਰੀਰਕ ਤੌਰ ਤੇ ਦਰਬਾਰ ਸਾਹਿਬ ਦੇ ਅੰਦਰ ਆਸਨ ਨਹੀਂ ਲਗਾਇਆ। ਬਿਲਕੁਲ, ਬਿਲਕੁਲ ਜੀ, ਆ ਬੜੀ ਵੱਡੀ ਸਾਡੀ ਸਿਧਾਂਤਕ ਪ੍ਰਣਾਲੀ ਦੀ ਗੱਲ ਹੈ। ਬਿਲਕੁਲ, ਬਿਲਕੁਲ। 6ਵੀਂ ਪਾਤਸ਼ਾਹੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਪਰਿਕਰਮਾ ਤੋਂ ਬਾਹਰ, ਜੀ, ਉਸ ਵੇਲੇ ਪਰਿਕਰਮਾ ਤੋਂ ਬਾਹਰ ਸੀ ਅਕਾਲ ਤਖਤ ਸਾਹਿਬ, ਬਿਲਕੁਲ, ਠੀਕ ਆ ਨਾ ਜੀ, ਉੱਥੇ ਤਖਤ ਦਾ ਨਿਰਮਾਣ ਕੀਤਾ। ਪਰ ਸਵੇਰੇ ਸ਼ਾਮ ਉੱਥੇ ਆ ਕੇ ਸੇਵਾ ਕਰਦੇ ਰਹੇ ਨੇ, ਸੇਵਾ ਕਰਦੇ ਸੀ ਜੀ, ਆਸਣ ਲਾ ਕੇ ਦਰਸ਼ਨ ਨਹੀਂ ਸੀ ਦਿੰਦੇ। ਹੂੰ, ਦਰਸ਼ਨ ਦਰਬਾਰ ਸਾਹਿਬ ਹੀ ਹੁੰਦੇ ਸੀ ਗੁਰੂ ਸਾਹਿਬਾਨ, ਜੀ, ਸ਼ਸਤਰ ਵਿਦਿਆ ਹੁੰਦੀ ਸੀ, ਹਰ ਚੀਜ਼ ਹੁੰਦੀ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਵੇਲੇ। ਜੀ, ਪਰ ਕੋਈ ਪਰਮਾਨੈਂਟ ਜਥੇਦਾਰ ਨਿਯਤ ਨਹੀਂ ਸੀ ਕੀਤਾ ਗਿਆ, ਤੇ ਨਾ ਹੀ ਸਤਿਗੁਰੂ ਨੇ ਆਪਣੇ ਆਪ ਨੂੰ ਕਿਹਾ ਕਿ ਬਈ ਮੈਂ ਅਕਾਲ ਤਖਤ ਦਾ ਮੁਖੀ ਹਾਂ। ਓਕੇ, ਬਿਲਕੁਲ ਵੀ ਨਹੀਂ ਕਿਹਾ। ਇਹ ਬਾਅਦ ਵਿੱਚ ਭਰਮ ਭੁਲੇਖੇ ਕ੍ਰੀਏਟ ਕੀਤੇ ਗਏ ਕਿ ਜੀ ਪਹਿਲਾ ਹੱਡ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਬਣਾਇਆ ਤੇ ਪਹਿਲਾ ਜਥੇਦਾਰ ਭਾਈ ਗੁਰਦਾਸ ਜੀ ਨੂੰ ਬਣਾਇਆ। ਬਿਲਕੁਲ ਵੀ ਨਹੀਂ ਜੀ, ਨਾ ਸਤਿਗੁਰ ਨੇ ਹੱਡ ਗ੍ਰੰਥੀ ਦੀ ਪੋਸਟ ਬਣਾਈ, ਹਾਂਜੀ, ਨਾ ਸਤਿਗੁਰਾਂ ਨੇ ਜਥੇਦਾਰ ਦੀ ਪੋਸਟ ਬਣਾਈ। ਜੀ, ਮਿਸਲ ਕਾਲ ਵਿੱਚ ਵੀ ਜਦੋਂ ਪੰਥ ਤੇ ਭੀੜ ਬਣ ਆਉਂਦੀ ਸੀ ਤੇ ਮਿਸਲਾਂ ਨੇ ਵਿੱਚ ਆਪਸ ਵਿੱਚ ਨਿਰਣਾ ਕਰਨ ਦੀ ਸਮਰੱਥਾ ਨਹੀਂ ਸੀ ਰਹਿੰਦੀ, ਇਕਮਤ ਹੁੰਦੀ। ਜੀ, ਜੀ, ਮੈਂ ਬੜੀ ਵੱਡੀ ਗੱਲ ਕਹਿ ਰਿਹਾ ਜੀ, ਮਿਸਲ ਕਾਲ ਵਿੱਚ, ਮੈਂ ਫਿਰ ਰਿਪੀਟ ਕਰ ਦਿੰਦਾ ਜੀ, ਜਦੋਂ ਬੜੀਆਂ ਵੱਡੀਆਂ ਸਮੱਸਿਆਵਾਂ ਆ ਜਾਂਦੀਆਂ ਸੀ ਹਾਂਜੀ, ਤੇ ਮਿਸਲਾਂ ਵਿੱਚ ਆਪਸ ਵਿੱਚ ਸਮਰੱਥਾ ਨਹੀਂ ਸੀ ਰਹਿੰਦੀ ਕਿ ਸਾਰੇ ਇਕਮਤ ਹੋ ਜਾਣ। ਜੀ, ਉਦੋਂ ਮਿਸਲਾਂ ਕਹਿੰਦੀਆਂ ਸੀ ਕਿ ਸਤਿਗੁਰ ਦੀ ਹਜ਼ੂਰੀ ਚੱਲੋ ਦਰਬਾਰ ਸਾਹਿਬ, ਜੀ, ਮੱਥਾ ਟੇਕਾਂਗੇ, ਵਾਕ ਲਾਂਗੇ ਤੇ ਉੱਥੇ ਨਿਰਣਾ ਕਰਾਂਗੇ। ਵਾਹ ਜੀ, ਜਦੋਂ ਮਿਸਲਾਂ ਦਰਬਾਰ ਸਾਹਿਬ ਅਰਦਾਸ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਜੁੜਦੀਆਂ ਸਨ ਤੇ ਉੱਥੇ ਪੂਰੇ ਪੰਥ ਨੂੰ ਖੁੱਲ ਕੇ ਦੱਸਦੀਆਂ ਸਨ ਪਹਿਲਾਂ ਕਿ ਬਈ ਆਹ ਮਸਲਾ, ਇਸ ਮਸਲੇ ਤੇ ਸਾਡੀਆਂ ਇਹ ਰਾਵਾਂ ਨੇ। ਜੀ, 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 ਹੁਣ ਅਸੀਂ ਇਕਮਤ ਹੋਣਾ ਤੇ ਖਾਲਸਾ ਜੀ ਆਪਣੇ ਵੱਲੋਂ ਕੋਈ ਇੱਕ ਬੰਦਾ ਸਾਨੂੰ ਇਕਮਤ ਕਰਨ ਲਈ ਅਗਵਾਈ ਦੇਣ ਵਾਸਤੇ ਜਥੇਦਾਰ ਚੁਣਦੇ ਹੋ। ਓਕੇ, ਉਹਨਾਂ ਦੀ ਅਗਵਾਈ ਕਰਨ ਲਈ ਮੈਂ ਸਮਝ ਗਿਆ ਜੀ। ਮੈਂ ਆਪਣਾ ਸਰਦਾਰ ਅਤਿੰਦਰਪਾਲ ਸਿੰਘ ਜੀ,
ਮੁੱਦਾ ਮੇਰਾ ਵਿੱਚ ਨਾ ਰਹਿ ਜਾਵੇ। ਜਿਹੜੇ ਮੁੱਦੇ ਕਰਕੇ ਸ਼ੁਰੂ ਕੀਤਾ ਜੀ ਤੁਸੀਂ, ਬਹੁਤ ਵਧੀਆ ਕੀਤਾ ਕਿ ਉਹਦੀ ਪਰਿਭਾਸ਼ਾ ਦੱਸ ਦਿੱਤੀ। ਗੱਲ ਆਪਾਂ ਵਾਪਸੀ ਚਲੀਏ ਬੀੜਾਂ ਦੇ ਉੱਤੇ, ਬੀੜਾਂ ਦੀ ਗੁੰਮਸ਼ੁਦਗੀ ਦੇ ਉੱਤੇ। ਈਸ਼ਰ ਸਿੰਘ, ਹਾਂਜੀ ਬਹੁਤ ਜ਼ਰੂਰੀ ਸੀ। ਹਾਂਜੀ ਉਹ ਚੀਜ਼ਾਂ ਮੈਂ ਸਪਸ਼ਟ ਕਰਨੀਆਂ ਚਾਹੁੰਦਾ। ਜੀ ਪਹਿਲਾਂ ਤੇ ਸਾਰੇ ਸੰਸਾਰ ਦੇ ਸਿੱਖਾਂ ਨੂੰ ਔਰ ਮੀਡੀਆ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਜੀ ਜੀ ਕਿ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਵਿੰਗ ਗੁਰੂ ਨੇ। ਬਿਲਕੁਲ। ਭਾਰਤ ਦੀ ਸੁਪਰੀਮ ਕੋਰਟ ਵੀ ਮੰਨ ਗਈ, ਹਾਂਜੀ ਯੂਐਨਓ ਵੀ ਮੰਨ ਗਿਆ, ਵਿਦੇਸ਼ੀ ਸਰਕਾਰਾਂ ਵੀ ਮੰਨ ਗਈਆਂ। ਜਿਹੜਾ ਸਾਡਾ ਗੁਰੂ ਹੈ, ਜੇ ਸਾਡਾ ਗੁਰੂ ਲਿਵਿੰਗ ਗੁਰੂ ਹੈ ਤੇ ਉਹਨੂੰ ਫਿਰ ਇਹ ਨਾ ਕਹੋ ਕਿ ਇਹ ਗੁੰਮਸ਼ੁਦਾ ਹੈ। ਓਕੇ ਜੀ। ਅਸੀਂ ਤਾਂ ਆਪਣੇ ਗੁਰੂ ਦਾ ਆਪ ਹੀ ਜਲੂਸ ਕੱਢ ਰਹੇ ਹਾਂ ਕਹਿ ਕੇ ਗੁੰਮਸ਼ੁਦਾ। ਓਕੇ ਨਹੀਂ, ਗੁੰਮਸ਼ੁਦਾ ਕੌਣ ਹੁੰਦਾ? ਪਰਿਭਾਸ਼ਾ ਸਮਝ ਲਓ ਪਹਿਲਾਂ। ਵਿਸ਼ਵ ਦੇ ਕਾਨੂੰਨ ਦੀ ਪਰਿਭਾਸ਼ਾ ਦੱਸ ਰਿਹਾ, ਮੈਂ ਆਪਣੇ ਘਰ ਦੀ ਦੱਸ ਰਿਹਾ ਜੀ। ਜਿਹੜੇ ਵਿਅਕਤੀ, ਜੋ ਵੀ ਲਿਵਿੰਗ ਪਰਸਨ ਹੈ, ਉਹ ਮਿਸਿੰਗ ਹੋ ਜਾਏ ਔਰ ਉਹਦਾ ਕੋਈ ਅਤਾ ਪਤਾ ਨਾ ਲੱਗੇ ਤਾਂ ਕਿਹਾ ਜਾਂਦਾ ਬਈ ਉਹ ਮਿਸਿੰਗ ਹੈ। ਬਿਲਕੁਲ। ਉਹਨੂੰ ਇਹ ਨਹੀਂ ਕਿਹਾ ਜਾਂਦਾ ਕਿ ਉਹ ਗੁੰਮਸ਼ੁਦਾ ਹੈ। ਓਕੇ। ਉਹਨੂੰ ਕਿਹਾ ਜਾਂਦਾ ਮਿਸਿੰਗ ਹੈ। ਸਾਡੇ ਵਿੱਚ ਉਪਲਬਧ ਨਹੀਂ ਹੈ ਇਸ ਵੇਲੇ ਸਰੀਰਕ ਤੌਰ। ਤੇ ਜਿਸ ਪਿਓ ਨੂੰ ਆਪ ਹੀ ਰਜਾਮੰਦੀ ਨਾਲ ਪੁੱਤਰ ਜਾਇਦਾਦ ਦੀ ਝਗੜੇ ਜਾਂ ਹੋਰ ਝਗੜਿਆਂ ਵਿੱਚ ਪੰਜਾਬ ਵਿੱਚ ਮਾਰ ਕੇ ਆਪਣੇ ਖੇਤਾਂ ਵਿੱਚ ਦੱਬ ਦੇਣ ਜੀ, ਤੇ ਫਿਰ ਉਦੋਂ ਉਹੀ ਪੁੱਤਰ ਔਰ ਉਹੀ ਰਿਸ਼ਤੇਦਾਰ ਰੋਲਾ ਪਾਉਂਦੇ ਨੇ ਕਿ ਸਾਡਾ ਪਿਓ ਤਾਂ ਗਵਾਚ ਗਿਆ ਜੀ। ਗਵਾਚ ਗਿਆ, ਗੁੰਮ ਹੋਇਆ ਜੀ। ਹਾਂਜੀ, ਗੁੰਮ ਹੋਇਆ ਦੀ ਪਰਿਭਾਸ਼ਾ ਵੱਖਰੀ ਹੈ ਜੀ। ਓਕੇ। ਗੁੰਮ ਹੋਇਆ ਦੀ ਪਰਿਭਾਸ਼ਾ ਦੇ ਵਿੱਚ ਕਿਡਨੈਪਿੰਗ ਵੀ ਆ ਜਾਂਦੀ ਹੈ। ਓਕੇ। ਪਰ ਇੱਥੇ ਕੀ ਹੋਇਆ ਜੀ ਜੀ ਕਿ ਅਸੀਂ ਖਾਲਸਿਆਂ ਨੇ, ਗੁਰੂ ਕੇ ਸਿੱਖਾਂ ਨੇ, ਗੁਰੂ ਅੱਗੇ ਮੱਥਾ ਟੇਕਣ ਵਾਲਿਆਂ ਨੇ ਆਪਣੇ ਲਿਵਿੰਗ ਗੁਰੂ ਦੀਆਂ ਅਧਿਕਾਰਤ ਤੌਰ ਤੇ ਮੰਨ ਲਈਆਂ ਕਿ 328 ਲਾਸ਼ਾਂ ਅਸੀਂ ਵਿਛਾ ਦਿੱਤੀਆਂ ਜੀ ਜੀ। ਵਾਹ। ਤੇ ਤੁਸੀਂ ਔਰ ਕਮਿਸ਼ਨ ਡਾਕਟਰ ਈਸ਼ਰ ਸਿੰਘ ਇਹ ਕਹਿ ਰਿਹਾ ਕਿ ਉਹ ਗੁੰਮਸ਼ੁਦਾ ਹੋ ਗਿਆ। ਦੈਟ ਮੀਨਸ ਕਿ ਕਮਿਸ਼ਨ ਨੇ ਐਸਜੀਪੀਸੀ ਨਾਲ ਤੇ ਐਸਜੀਪੀਸੀ ਤੇ ਕਾਬਜ ਅਕਾਲੀ ਦਲ ਨਾਲ ਰਲ ਕੇ ਸਾਡੇ ਗੁਰੂ ਸਾਹਿਬਾਨ ਦਾ ਕਤਲ ਕਰਕੇ ਉਹਨਾਂ ਨੂੰ ਕਿਸੇ ਥਾਂ ਤੇ ਦਫਨ ਕਰ ਦਿੱਤਾ ਤੇ ਹੁਣ ਰੋਲਾ ਪਾ ਰਿਹਾ ਕਿ ਗੁੰਮਸ਼ੁਦਾ ਹੋ ਗਏ। ਓਕੇ, ਸੋ ਇੱਕ ਮਿੰਟ ਇੱਥੇ ਰੁਕਦੇ ਆਪਾਂ ਕਿ ਤਕਰੀਬਨ ਪੂਰੇ 4 ਮਿੰਟਾਂ ਦੇ ਵਿੱਚ ਸਾਰੀ ਗੱਲਬਾਤ ਆਪਾਂ ਖਤਮ ਕਰਨੀ ਹੈ। ਕੀ ਇਹ 328 ਸਰੂਪ ਸਨ ਜਾਂ ਤੁਸੀਂ ਕਿਹਾ ਕਿ 3300 ਸਰੂਪ ਸਨ? ਇਹਦੇ ਬਾਰੇ ਰਿਪੋਰਟ ਕੀ ਕਹਿੰਦੀ ਹੈ, ਇਹਨੂੰ ਥੋੜਾ ਜਿਹਾ ਸਪਸ਼ਟ ਕਰੋ ਜੀ। ਡਾਕਟਰ ਈਸ਼ਰ ਸਿੰਘ ਨੇ ਇੱਕ ਡਾਕੂਮੈਂਟ ਲਗਾਇਆ ਜੀ ਆਪਣੇ ਰਿਪੋਰਟ ਵਿੱਚ ਜੀ। ਆਪਣੇ ਕੋਲੋਂ ਨਹੀਂ ਕਹਿ ਰਿਹਾ, ਕਿਉਂਕਿ ਮੈਂ ਆਪਣੇ ਕੋਲੋਂ ਕਹਾਂਗਾ ਤੇ ਕੰਟਰੋਵਰਸੀਆਂ ਕ੍ਰੀਏਟ ਕਰਨਗੇ ਜੀ। ਮੈਂ ਜਿੰਨੀਆਂ ਵੀ ਗੱਲਾਂ ਬੋਲਿਆ ਸਾਰੀਆਂ ਵਿਧਾਨਕ ਬੋਲਿਆ ਤੁਹਾਡੇ ਚੈਨਲ ਤੇ ਜੀ। 1925 ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਤੇ ਜਾਗਤ ਜੋਤ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਬਹਾਲੀ ਲਈ ਬਣੇ ਪੰਜਾਬ ਗਵਰਨਮੈਂਟ ਐਕਟ 2018 ਦੇ ਤਹਿਤ ਬੋਲਿਆ ਜੀ ਜੀ ਜੀ। ਹੁਣ ਈਸ਼ਰ ਸਿੰਘ ਉਸ ਡਾਕੂਮੈਂਟ ਪੇਸ਼ ਕਰਦਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਸਰੂਪ ਭੇਜੇ ਗਏ ਜੀ ਜੀ, ਉਹਨਾਂ ਵਿੱਚ 2 ਸਰੂਪਾਂ ਵਿੱਚ ਲੜੀ ਨੰਬਰ 1900 ਤੋਂ ਸ਼ੁਰੂ ਹੋ ਕੇ, ਲੜੀ ਨੰਬਰ ਮੈਂ ਦੱਸ ਰਿਹਾ ਜੀ ਤੁਹਾਨੂੰ ਜੀ। ਇੱਕ ਸਰੂਪ ਦਾ ਲੜੀ ਨੰਬਰ 1900 ਤੋਂ ਸ਼ੁਰੂ ਹੁੰਦਾ, ਅੰਦਰ ਲੜੀ ਨੰਬਰ ਲਿਖਿਆ ਹੋਇਆ 1900 ਆਰੰਭ ਤੋਂ। ਹਾਂਜੀ। ਉਹਦੇ ਬਾਹਰ ਲੜੀ ਨੰਬਰ ਦਾ ਆਰੰਭ ਹੁੰਦਾ 4400 ਤੋਂ। ਵਾਓ, ਅੱਛਾ। ਉਹਦੇ ਆਪਣੀ ਰਿਪੋਰਟ ਦਾ ਡਾਕੂਮੈਂਟ ਆ, ਮੈਂ ਨਹੀਂ ਕਹਿ ਰਿਹਾ। ਇਹ ਜਿਹੜੀ ਉਹਨਾਂ ਨੇ 1150 ਸਫ਼ਿਆਂ ਦੀ ਰਿਪੋਰਟ ਤਿਆਰ ਕੀਤੀ, ਉਹਦੇ ਵਿੱਚ ਜ਼ਿਕਰ ਹੈ, ਉਹਦੇ ਹੀ ਜ਼ਿਕਰ ਹੈ। ਓਕੇ। ਕਿਉਂਕਿ ਮੈਂ ਰਿਪੋਰਟ ਆਪਣੀ ਘਰ ਨਹੀਂ ਰੱਖਦਾ ਜੀ, ਮੈਨੂੰ ਹਮੇਸ਼ਾ ਖਤਰਾ ਰਹਿੰਦਾ। ਹਾਂ, ਮੈਂ ਤੁਹਾਨੂੰ ਉਹ ਡਾਕੂਮੈਂਟ ਸੰਗਤ ਨੂੰ ਦਿਖਾਉਣ ਵਾਸਤੇ ਸਵੇਰੇ ਭੇਜ ਦਾਂਗਾ ਜੀ। ਤੁਸੀਂ ਬਹੁਤ ਸੰਗਤ ਨੂੰ ਦਿਖਾ ਦਿਓ। ਮੈਂ ਐਡ ਕਰ ਦਿਆਂ। ਹਾਂਜੀ ਜੀ।
YouTube ਚੈਟ ਹੈ ਕਰ ਨਾ ਦਾਂਗੇ ਜੀ? ਨਾਲ ਜੀ। ਹਾਂਜੀ ਹਾਂਜੀ। ਹੁਣ 1900 ਕੁਛ ਦਾ ਲੜੀ ਨੰਬਰ ਅੰਦਰ ਹੈਗਾ, ਇੰਡੋਰਸ ਹੈਗਾ, ਤੇ ਬਾਹਰ ਉਸ ਤੇ ਸਟicker ਲਾ ਦਿੱਤਾ ਗਿਆ 4400 ਕੁਛ ਦਾ, ਜੀ ਜੀ ਤੇ 3300 ਸਰੂਪਾਂ ਦਾ, ਤੇ ਇੱਥੇ ਹੀ ਫਰਕ ਪੈ ਗਿਆ ਜੀ। ਜੀ। ਵਾਹ। 1911 ਸ਼ਾਇਦ ਤੁਸੀਂ ਜ਼ਿਕਰ ਕਰ ਰਹੇ ਸੀ, ਤੇ ਉੱਪਰ ਹਾਂਜੀ। ਤਕਰੀਬਨ 4400 ਤੇ ਕੁਝ ਤਕਰੀਬਨ 3300 ਸਰੂਪ। ਇੱਥੇ ਹੀ ਜ਼ਿਕਰ ਪੈ ਗਿਆ ਜੀ, ਇੱਥੇ ਹੀ ਫਰਕ ਪੈ ਗਿਆ। ਵਾਓ। ਪਰ ਇਹਨਾਂ ਨੇ ਨਿਚੋੜ ਦੇ ਵਿੱਚ ਡਾਕਟਰ ਈਸ਼ਰ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ 3300 ਦੇ ਲਾਗੇ ਤਾਗੇ ਜਿਹੜੇ ਸਰੂਪ ਨੇ ਉਹ ਘੱਟ ਨੇ। ਇਹਨਾਂ ਨੇ ਸਾਰੀਆਂ ਚੀਜ਼ਾਂ ਤੇ ਸਿੱਖ ਕੌਮ ਦੀਆਂ ਅੱਖਾਂ ਵਿੱਚ ਸਵਾਹ ਪਾਈ ਹੈ ਜੀ, ਘੱਟਾ ਨਹੀਂ ਪਾਇਆ। ਅੱਛਾ। ਸਵਾਹ ਤੇ ਘੱਟੇ ਵਿੱਚ ਵੀ ਫਰਕ ਜੇ। ਮੈਂ ਟੈਕਨੀਕਲ ਲਫ਼ਜ਼ ਇਸਤੇਮਾਲ ਕਰ ਰਿਹਾ ਜੀ। ਤਾਂ ਮੈਂ ਇਹਨਾਂ ਦੀ ਟਰਮੀਨੋਲੋਜੀ ਦੱਸਦਾ। ਹਾਂਜੀ ਘੱਟਾ ਉੱਡਦਾ ਜਦੋਂ ਮੰਡੀਰ ਤੁਰ ਪੈਂਦੀ ਹੈ, ਤੇ ਘੱਟਾ ਬੜਾ ਉੱਠਦਾ ਜੀ। ਤੇ ਸਵਾਹ ਉਦੋਂ ਉੱਠਦੀ ਜੇ ਜਦੋਂ ਹਰ ਪ੍ਰਣਾਲੀ ਦਾ, ਹਰ ਨਿਯਮਾਵਲੀ ਦਾ, ਹਰ ਵਿਧਾਨਕਤਾ ਦਾ ਸੰਸਕਾਰ ਕਰ ਦਿੱਤਾ ਜਾਏ ਤੇ ਉਹਨੂੰ ਖਤਮ ਕਰ ਦਿੱਤਾ ਜਾਏ। ਵਾਓ ਜੀ। ਇਹ ਦੋਨਾਂ ਦੀ ਡੈਫੀਨੇਸ਼ਨ ਵਿੱਚ ਫਰਕ ਜੇ। ਜੀ ਜੀ। ਸਵਾਹ ਪਾ ਰਿਹਾ ਸਿੱਖਾਂ ਦੀਆਂ ਅੱਖਾਂ ਵਿੱਚ, ਓਕੇ। ਹਰ ਚੀਜ਼ ਦੀ ਸਮਾਪਤੀ ਕਰਨ। ਕਿਵੇਂ? ਕਿਉਂ? ਕਿਉਂਕਿ ਤੁਹਾਡੇ ਕੋਲ ਹੁਣ ਮੈਂ ਘੜੀ ਦੇਖ ਰਿਹਾ, ਸਿਰਫ ਇਹ 1.5 ਮਿੰਟ ਆ। ਹਾਂਜੀ ਉਹ ਇਸ ਕਰਕੇ ਕਿ ਜਿਸ ਵੇਲੇ ਸਾਰਾ ਕੁਝ ਵਾਪਰਦਾ, ਜੀ ਉਦੋਂ ਤੋਂ ਲੈ ਕੇ ਵਰਤਮਾਨ ਤੱਕ ਵਣਵਾਲਾ ਪਿੰਡ ਦਾ, ਬਾਦਲਾਂ ਦੇ ਪਿੰਡ ਦਾ ਵਣਵਾਲਾ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਹੈਗਾ, ਤੇ ਸੁਖਬੀਰ ਸਿੰਘ ਬਾਦਲ ਦਾ OSD ਵੀ ਹੈਗਾ। ਅੱਛਾ ਉਹਦੇ ਆਰਡਰਾਂ ਨਾਲ ਸਾਰਾ ਕੁਝ ਹੁੰਦਾ। ਉਹਨੂੰ ਆਰਡਰ ਦਿੰਦਾ ਸੁਖਬੀਰ ਬਾਦਲ, ਜੀ। ਉਹ ਆਰਡਰ ਦਿੰਦਾ ਅੱਗੇ। ਪ੍ਰੋਸੀਜਰ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੁਲਾਜ਼ਮ ਤਾਂ ਇਸ ਪ੍ਰੋਸੀਜਰ ਵਿੱਚ ਕਿਤੇ ਆਂਦਾ ਹੀ ਨਹੀਂ। ਓਕੇ ਜਾਂ ਦਾ ਮੈਂਬਰ ਆਂਦਾ, ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਆਂਦਾ, ਸਿਆਸੀ ਪੋਸਟ ਹੈ। ਜੀ। SGPC ਦਾ ਮੈਂਬਰ ਸਿਆਸੀ ਹੈ, ਜੀ। ਪ੍ਰਧਾਨ ਸਿਆਸੀ ਹੈ। SGPC ਦਾ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸਾਰੇ ਸਿਆਸੀ ਨੇ। ਜੀ ਜੀ SGPC ਦਾ ਸੈਕਟਰੀ ਸੋਸ਼ੋ ਪੋਲੀਟੀਕਲ ਹੈ। ਜੀ। ਠੀਕ ਹੈ ਨਾ ਜੀ। ਚੀਫ ਸੈਕਟਰੀ ਉਸ ਵੇਲੇ RSS ਦਾ ਹਰਚਰਨ ਸਿੰਘ ਹੈ। ਇਹਨਾਂ ਸਾਰਿਆਂ ਦੇ ਅਧਿਕਾਰ ਖੇਤਰ ਵਿੱਚ ਹੀ ਸੀ ਆ ਸਾਰਾ ਕੰਮ। ਇਹਨਾਂ ਸਾਰਿਆਂ ਨੂੰ ਬਚਾਉਣਾ ਸੀ, ਇਸ ਲਈ ਈਸ਼ਰ ਸਿੰਘ ਜੀ ਦੀ ਚੋਣ ਕੀਤੀ ਗਈ। ਇਸ ਲਈ ਇਹ ਕਮਿਸ਼ਨ ਬਣਾਇਆ ਗਿਆ, ਕਿਉਂਕਿ ਆਉਣ ਵਾਲੀਆਂ ਸ਼ਤਾਬਦੀਆਂ ਵੀ ਮਨਾਉਣੀਆਂ ਨੇ। 3 ਸ਼ਤਾਬਦੀਆਂ ਪੰਥ ਮਨਾਉਣ ਜਾ ਰਿਹਾ। ਬਿਲਕੁਲ ਜੀ। ਉਦੋਂ ਇਹਨਾਂ ਦੇ ਸਾਹਮਣੇ ਮਸਲਾ ਸੀ ਕਿ ਵਿਧਾਨ ਸਭਾ ਦੀਆਂ ਚੋਣਾਂ ਵੀ ਲੜਨੀਆਂ ਨੇ, ਤੇ ਸ਼੍ਰੋਮਣੀ ਪਾਰਲੀਮੈਂਟ ਪਾਰਲੀਮੈਂਟ ਦੀਆਂ ਵੀ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ, ਸ਼੍ਰੋਮਣੀ ਕਮੇਟੀ ਦੀਆਂ, ਤੇ ਇਹਨਾਂ ਦੇ ਸਾਹਮਣੇ ਬਣਨਾ ਹੀ। ਉਸ ਤੋਂ ਬਾਅਦ ਵਿਧਾਨ ਸਭਾ ਦੀਆਂ ਵੀ ਤੇ ਆਣੀਆਂ ਸੀ ਨਾ ਜੀ। ਹਾਂਜੀ ਕਿ ਬਈ ਬਰਗਾੜੀ ਵਾਲਾ ਸੰਭਾਲਿਆ ਨਹੀਂ ਗਿਆ ਮਸਲਾ, ਤੇ ਹੋਰ ਮਸਲੇ ਖੜੇ ਹੋ ਗਏ। ਓਕੇ ਇਹਨੂੰ ਦੱਬ ਦਿਓ। ਹੁਣ ਦੂਸਰਾ ਮੁੱਦਾ, ਜੇ ਇਹ ਦੱਬਣ ਵਾਲੇ ਵਿਅਕਤੀ ਇਹੀ ਸਾਰੇ ਨੇ, ਉਹਨਾਂ ਦਾ ਫਿਰ ਸਾਥ ਦੇ ਦਿੱਤਾ ਜੀ ਕਮਿਸ਼ਨ ਨੇ, ਈਸ਼ਰ ਸਿੰਘ ਨੇ। ਹੁਣ ਮੁੱਦਾ ਇਹ ਜੇ ਕਿ ਬਈ ਇਹ ਸਰੂਪ ਗਏ ਕਿੱਥੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਹ ਕਹਾਇਆ ਗਿਆ ਕਿ ਬਈ ਇਹਨਾਂ ਨੂੰ ਗੋਇੰਦਵਾਲ ਸਾਹਿਬ ਲੈ ਜਾ ਕੇ ਸੰਸਕਾਰ ਕਰ ਦਿੱਤਾ ਗਿਆ, ਕਿਉਂਕਿ ਪਾਣੀ ਨਾਲ ਖਰਾਬ ਹੋ ਗਏ ਸਨ। ਅੱਛਾ ਜੀ। ਠੀਕ ਆ ਜੀ। ਹੁਣ ਸਾਰੇ ਪੁੱਛ ਰਹੇ ਨੇ ਜੀ ਗੱਡੀਆਂ ਕਿਹੜੀਆਂ ਸੀ, ਕਿਵੇਂ ਗਏ, ਕੀ ਹੋਇਆ। ਬੈਂਸ ਸਾਹਿਬ ਨੇ ਵੀ ਹਿਊਮਨ ਰਾਈਟਸ ਵਿੱਚ ਉਹ ਦਿੱਤੀ ਸੀ। ਹੁਣ ਮੈਂ ਗੱਡੀਆਂ ਵੀ ਦੱਸ ਦਿੰਦਾ ਜੀ। ਹਾਂਜੀ ਸਮਾਂ ਲੋਂਗੋਵਾਲ ਨੇ ਹਾਂਜੀ। ਕਿਹਾ, ਤੇ ਹਾਂਜੀ। ਬਾਕੀ ਵਿਦਵਾਨ ਸਿੱਖਾਂ ਨੇ ਵੀ ਇਹ ਕਿਹਾ ਬਈ ਪੁਲਿਸ ਨੂੰ ਵਿੱਚ ਨਹੀਂ ਪਾਣਾ ਚਾਹੀਦਾ ਸੀ, ਆਪਣੀ ਦਾੜੀ ਪ੍ਰਸ਼ਾਸਨ ਦੇ ਜਿੰਮੇ ਹੱਥ ਕਿਉਂ ਫੜਾਈਏ। ਜੀ ਤੇ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਸਰੂਪ ਰਾਮਸਰ ਸਾਹਿਬ ਤੋਂ ਕੱਢ ਕੇ ਜਿਹੜੇ ਸਰੂਪ ਸ਼ਾਰਟ ਸਰਕਟ ਨਾਲ ਖਰਾਬ ਹੋਏ, ਉਹ ਲੈ ਕੇ ਜਾਏ ਜਾ ਰਹੇ ਸਨ, ਤੇ ਉਹਨਾਂ ਦੇ ਅੱਗੇ ਵੀ ਪੁਲਿਸ ਸੀ ਤੇ ਪਿੱਛੇ ਵੀ ਪੁਲਿਸ ਸੀ। ਵਾਹ। ਤੇ ਇੱਕ ਬੱਸ ਪੁਲਿਸ ਦੇ ਨਾਲ ਜਾ ਰਹੀ ਸੀ। ਇੱਕ ਬੱਸ ਵਿੱਚ ਸਰੂਪ ਲੈ ਕੇ ਗਏ 4 ਇਨੋਵਾ ਗੱਡੀਆਂ ਵਿੱਚ ਸਰੂਪ ਗਏ SGPC ਦੀਆਂ। ਇਨੋਵਾ ਗੱਡੀਆਂ ਨਹੀਂ ਪਹੁੰਚੀਆਂ ਗੋਇੰਦਵਾਲ ਸਾਹਿਬ, ਜਿੱਥੇ ਸੰਸਕਾਰ ਕੀਤਾ ਜਾਣਾ। ਤੇ ਜਿਹੜੇ ਬੱਸ ਪਹੁੰਚੀ ਹੈ, ਉਹਨਾਂ ਸਰੂਪਾਂ ਦੇ ਸੰਸਕਾਰ ਉੱਥੇ ਗੁਪਤ ਤਰੀਕੇ ਨਾਲ ਕੀਤੇ ਗਏ।
ਇਨੋਵਾ ਗੱਡੀ ਵਾਲੇ ਸਰੂਪ ਕਿੱਥੇ ਗਏ? 4 ਗੱਡੀਆਂ ਵਾਲੇ। ਵਾਹ ਜੀ ਜੀ। ਜੇ ਪੰਥ ਮੰਗੇਗਾ ਤੇ ਮੈਂ ਉਹਨਾਂ ਗੱਡੀਆਂ ਦੇ ਨੰਬਰ ਵੀ ਦੇ ਦਾਂਗਾ। Okay. ਪੰਥ ਜਾਗੇ ਤਾਂ ਪਰ ਸਰਦਾਰ ਤੇਂਦਰਪਾਲ ਸਿੰਘ ਜੀ, ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਖੁੱਲ ਕੇ ਹੋਰ ਲੰਮੀਆਂ ਗੱਲਾਂ ਕਰੀਏ, ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸੂਈ ਘੜੀ ਦੀ ਸੂਈ ਆ ਜਿਹੜੀ ਵਾਰ-ਵਾਰ ਸਾਡੇ ਵੱਲ ਇਸ਼ਾਰੇ ਕਰ ਰਹੀ ਹੈ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਜਿਹੜੇ ਤੁਸੀਂ ਤੱਥ ਨੇ ਉਹ ਜਨਤਾ ਦੇ ਸਾਹਮਣੇ ਤੇ ਸਿੱਖਾਂ ਦੇ ਸਾਹਮਣੇ ਰੱਖੇ ਨੇ। ਫੈਸਲਾ ਹੁਣ ਦਰਸ਼ਕਾਂ ਨੇ ਕਰਨਾ ਹੈ ਕਿ ਅਸੀਂ ਕੀ ਕਰਨਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ ਸਮੇਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਕੁਲਦੀਪ ਸਿੰਘ ਜੀ, ਬਹੁਤ ਹੀ ਅਹਿਮ ਖੁਲਾਸੇ ਕੀਤੇ ਇਹਨਾਂ ਨੇ, ਪਰ ਸਾਡਾ ਸਮਾਂ ਕਹਿ ਰਿਹਾ ਕਿ ਹੁਣ ਅਸੀਂ ਵੀ ਚੱਲੀਏ, ਕਿਉਂਕਿ ਸੋਮਵਾਰ ਫਿਰ ਮਿਲਾਂਗੇ। ਔਰ ਸੋਮਵਾਰ ਸਮਾਂ ਚੇਂਜ ਹੋ ਰਿਹਾ ਜੀ ਆਪਣਾ। ਸੋਮਵਾਰ 10 ਵਜੇ ਖਬਰਸਾਰ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੁੰਨੇ ਆ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਤੇ ਅਤਿੰਦਰਪਾਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਪਟਿਆਲਾ ਪੰਜਾਬ ਤੋਂ ਸਾਡੇ ਨਾਲ ਗੱਲਬਾਤ ਕੀਤੀ। ਤੇ ਹੁਣ ਸਵਾਲ ਤੁਹਾਡੇ ਸਾਰਿਆਂ ਲਈ ਉਹ ਛੱਡ ਕੇ ਗਏ ਕਿ ਤੁਹਾਡੇ ਹੱਥਾਂ 'ਚ ਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਸੋ ਬਹੁਤ ਅਹਿਮ ਖੁਲਾਸੇ ਕੀਤੇ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਅਸੀਂ ਫਿਰ ਅਜਿਹੇ ਮਹਿਮਾਨਾਂ ਨੂੰ ਲੈ ਕੇ ਹੋਰ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਲੈ ਕੇ ਆਈਏ। ਪਰ ਸੋਮਵਾਰ ਤੋਂ ਖਬਰਸਾਰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੋਵੇਗਾ। ਸੋ ਸਮਾਂ ਜ਼ਰੂਰ ਯਾਦ ਰੱਖਿਓ। ਪ੍ਰੋਗਰਾਮ ਕਿਵੇਂ ਦੇ ਲੱਗਦੇ ਇਹ ਵੀ ਫੀਡਬੈਕ ਜ਼ਰੂਰ ਕਰਿਓ। ਤੇ ਮੇਰੀ ਤੁਹਾਡੇ ਨਾਲ ਸੋਮਵਾਰ ਸਵੇਰੇ 10 ਵਜੇ ਮੁਲਾਕਾਤ ਹੋਵੇਗੀ, ਪਰ ਕੱਲ ਖਾਸ ਤੌਰ ਦੇ ਉੱਤੇ ਸੁੱਖੀ ਬਾਠ ਮੋਟਰਸ ਤੇ ਲਾਈਵ ਔਨ 에ਅਰ ਸਾਂਝਾ ਟੀਵੀ ਦੀ ਟੀਮ ਜਾ ਰਹੀ ਆ। 12 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਤੁਹਾਨੂੰ ਉੱਥੇ ਮਿਲਾਂਗੇ। ਸੋ ਕੱਲ ਵੀ ਸਾਨੂੰ ਮਿਲਣਾ ਤੁਸੀਂ ਨਾ ਭੁੱਲਿਓ। ਸੋ ਖਿਆਲ ਰੱਖਿਓ ਜੀ ਆਪਣਾ। ਮੇਰੇ ਵੱਲੋਂ ਸਾਰਿਆਂ ਦੇਖ ਰਹੇ ਪਰਿਵਾਰਾਂ ਨੂੰ ਹੈਵ ਅ ਗੁੱਡ ਵੀਕਐਂਡ ਤੇ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਜੀ।